ਕਾਸ਼ ਆਹੇ ਨਾ ਮੋਰਾ ਅਵਸਰ ਲੱਜਾ ਰਾਖ ਲਿਹੋ ਸਦਨਾ ਜਾਨ ਤੁਰਾ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਣਹਿ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣਹਿ ਦਇਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸੰ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸਰਵਣੰ ਆਪ ਤਿਆਗ ਸਗਲ ਰੇਣ ਕਹਿ ਖਟ ਲਖਣ ਪੂਰਣੰਗ ਪੁਰਖ ਹੈ ਨਾਨਕ ਨਾਮ ਸਾਧ ਸੁਵਜਨ ਹੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਸੰਧਿਆ ਸਮੇਂ ਸਤਿਗੁਰੂ ਦੀ ਪਾਵਨ ਹਾਜ਼ੂਰੀ ਦੇ ਵਿੱਚ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਦੀ ਕਥਾ ਸਰਵਣ ਕਰ ਰਹੇ ਹੋ। ਹਰੀ ਲਾਲ ਤੇ ਕ੍ਰਿਸ਼ਨ ਲਾਲ ਕਾਂਸ਼ੀ ਦੇ ਦੋ ਪੰਡਤ ਆਏ ਹਨ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਪ੍ਰਾਕ੍ਰਿਤ ਭਾਸ਼ਾ ਦੁਆਰਾ ਬਾਣੀ ਉਚਾਰਨ ਕਰਕੇ ਉਪਦੇਸ਼ ਦਿਓ, ਕਿਉਂ ਅਸੀਂ ਪ੍ਰਾਕ੍ਰਿਤ ਭਾਸ਼ਾ ਦੇ ਪੰਡਤ ਹਾਂ। ਤਾਂ ਗਰੀਬਨ ਵਾਜ ਸਤਿਗੁਰੂ ਜੀ ਨੇ 67 ਸ਼ਲੋਕਾਂ ਦੁਆਰਾ ਇਹਨਾਂ ਨੂੰ ਉਪਦੇਸ਼ ਦਿੱਤਾ ਹੈ। ਇਸ 40ਵੇਂ ਸ਼ਲੋਕ ਦੇ ਵਿੱਚ ਇਹਨਾਂ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਜਿਹੜੇ ਪੂਰਨ ਪੁਰਖ ਨੇ, ਜਿਨ੍ਹਾਂ ਨੂੰ ਆਪਾਂ ਸੰਤ ਗੁਰਮੁਖ ਤਤ ਬੇਤੇ ਬ੍ਰਹਮ ਗਿਆਨੀ ਕਹਿ ਸਕਦੇ ਹਾਂ, ਉਹਨਾਂ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ। ਤਾਂ ਗਰੀਬਨ ਵਾਜ ਸਤਿਗੁਰੂ ਜੀ
ਇਹਦਾ ਕੀ ਜਵਾਬ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਹੈ। ਉਹਨਾਂ ਮਹਾਂਪੁਰਖਾਂ ਦਾ ਮੰਤਰ ਕੀ ਹੈ? ਜਿਹੜਾ ਮੰਤਰ ਸ਼ਬਦ ਹੈ ਮਨ ਅੰਤਰ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ, ਜਿਸ ਦਾ ਮਨ ਦੇ ਵਿੱਚ ਸਿਮਰਨ ਕੀਤਾ ਜਾਵੇ ਉਹਨੂੰ ਮੰਤਰ ਕਹਿੰਦੇ ਨੇ। ਮੰਤਰੰ ਰਾਮ ਨਾਮ ਨਾਮੰ, ਰਮੇ ਹੋਏ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਨਾਮ, ਇਹ ਉਹਨਾਂ ਦਾ ਮੰਤਰ ਹੁੰਦਾ ਹੈ। ਜਿਵੇਂ ਗੁਰਮਤਿ ਵਿੱਚ 4 ਮੰਤਰ ਮੰਨੇ ਹਨ, ਬੀਜ ਮੰਤਰ, ਮਹਾ ਮੰਤਰ, ਮੂਲ ਮੰਤਰ ਅਤੇ ਮਾਲਾ ਮੰਤਰ। 5ਵਾਂ ਗੁਰ ਮੰਤਰ ਵੀ ਹੈ। ਜਨਮ ਸਾਖੀ ਵਿੱਚ 4 ਲਿਖੇ ਨੇ, ਪਰ 5ਵਾਂ ਵਾਹਿਗੁਰੂ ਮੰਤਰ ਵੀ ਨਾਲ ਹੀ ਟੁਕਦਾ ਹੈ। ਇੱਕ ਓੰਕਾਰ ਬੀਜ ਮੰਤਰ ਹੈ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮਹਾ ਮੰਤਰ ਹੈ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਹੈ। ਉੱਥੇ ਜਪਜੀ ਸਾਹਿਬ ਨੂੰ ਮਾਲਾ ਮੰਤਰ ਲਿਖਿਆ ਹੋਇਆ। 5ਵਾਂ ਮੰਤਰ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ। ਉਹਨਾਂ ਮਹਾਂਪੁਰਖਾਂ ਦਾ ਮੰਤਰ ਕੀ ਹੈ? ਜਿਹਦਾ ਬਾਰ-ਬਾਰ ਸਿਮਰਨ ਕਰਦੇ ਹਨ, ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਧਿਆਨੰ ਸਰਬੱਤਰ ਪੂਰਨ, ਧਿਆਨ ਕਿੱਥੇ ਟਿਕਾਉਂਦੇ ਨੇ? ਸਰਵ ਵਿਆਪਕ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹਮੇਸ਼ਾ ਲਈ ਧਿਆਨ ਜੋੜੀ ਰੱਖਦੇ ਨੇ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਰ ਹੈ। ਧਿਆਨੰ ਸਰਬੱਤਰ ਪੂਰਨ ਹੈ, ਸਰਵ ਵਿਆਪਕ ਸਰੂਪ ਵਾਹਿਗੁਰੂ ਦੇ ਵਿੱਚ ਉਹ ਧਿਆਨ ਜੋੜੀ ਰੱਖਦੇ ਨੇ। ਜਿਸ ਪਾਸੇ ਉਹਨਾਂ ਦੀ ਦ੍ਰਿਸ਼ਟੀ ਜਾਂਦੀ ਹੈ, ਉਸੇ ਪਾਸੇ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ। ਸਰਬ ਜੋਤ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤੈ ਨਰ ਹਰੀ। ਜਿਸ ਜਿਸ ਪਾਸੇ ਵੱਲ ਉਹਨਾਂ ਦੀ ਦ੍ਰਿਸ਼ਟੀ ਜਾਵੇ, ਉਸੇ ਪਾਸੇ ਉਹਨਾਂ ਨੂੰ ਪਰਮੇਸ਼ਰ ਦੇ ਦੀਦਾਰ ਹੁੰਦੇ ਨੇ। ਇਹ ਉਹਨਾਂ ਦਾ ਧਿਆਨ ਹੁੰਦਾ ਹੈ। ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰ ਨਹਿ। ਫਿਰ ਉਹਨਾਂ ਦਾ ਗਿਆਨ ਕਿਹੋ ਜਿਹਾ ਹੁੰਦਾ? ਉਹ ਦੁੱਖ ਤੇ ਸੁੱਖ ਨੂੰ ਇੱਕ ਬਰਾਬਰ ਸਮਝਦੇ ਨੇ। ਉਹਨਾਂ 'ਤੇ ਕੋਈ ਕਸ਼ਟ ਆ ਜਾਵੇ ਤਾਂ ਵੀ ਅਡੋਲ ਰਹਿੰਦੇ ਨੇ। ਜੇ ਸੁੱਖ ਪ੍ਰਾਪਤ ਹੋਵੇ, ਜਸ ਪ੍ਰਾਪਤ ਹੋਵੇ, ਆਦਰ ਮਿਲੇ, ਤਾਂ ਵੀ ਉਹ ਅਡੋਲ ਹੀ ਰਹਿੰਦੇ ਨੇ। ਐਸਾ ਉਹਨਾਂ ਦਾ ਗਿਆਨ ਹੁੰਦਾ ਹੈ। ਸੁੱਖ ਦੁੱਖ ਨੂੰ ਇੱਕ ਬਰਾਬਰ ਸਮਝਦੇ ਨੇ। ਜੁਗਤ ਨਿਰਮਲ ਨਿਰਵੈਰ ਨੇ। ਉਹਨਾਂ ਦੀ ਜੁਗਤ ਜੀਵਨ ਜਾਚ ਉਹ ਬੜੀ ਪਵਿੱਤਰ ਹੁੰਦੀ ਹੈ। ਕਿਉਂ? ਨਿਰਵੈਰ ਨੇ, ਉਹ ਨਿਰਵੈਰ ਹੋ ਕੇ ਵਰਤਦੇ ਨੇ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰੇ ਰਾਜਨ। ਐਸੀ ਉਹਨਾਂ ਦੀ ਅਵਸਥਾ ਹੁੰਦੀ ਹੈ। ਦਿਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ। ਫਿਰ ਉਹ ਪੂਰਨ ਮਹਾਂਪੁਰਖ ਦਿਆਲੰ ਸਰਬੱਤਰ ਜੀ ਹੈ। ਸਾਰੇ ਜੀਵਾਂ 'ਤੇ ਦਿਆਲਤਾ ਕਰਦੇ ਨੇ। ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ। ਚਾਹੇ ਕੋਈ ਪਸ਼ੂ ਪੰਛੀ ਹੋਵੇ ਤੇ ਚਾਹੇ ਕੋਈ ਗਰੀਬ ਹੋਵੇ, ਕਮਜ਼ੋਰ ਹੋਵੇ, ਬਿਮਾਰ ਹੋਵੇ, ਲਾਚਾਰ ਹੋਵੇ, ਉਹ ਸਭ ਨੂੰ, ਸਭ 'ਤੇ ਦਇਆ ਕਰਦੇ ਨੇ, ਸਭ ਦੀ ਸੇਵਾ ਕਰਦੇ ਨੇ। ਦਿਆਲੰ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ। ਫਿਰ ਉਹ ਜਿਹੜੇ 5 ਦੋਸ਼ ਵਿਕਾਰ ਨੇ,
ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਨੂੰ ਰੋਕ ਕੇ ਰੱਖਦੇ ਨੇ, ਇਹਨਾਂ 'ਤੇ ਕੰਟਰੋਲ ਰੱਖਦੇ ਨੇ। ਅਥਵਾ 5 ਦੋਖ, 5 ਵਿਸ਼ੇ ਵੀ ਹਨ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਨੂੰ ਵੀ ਰੋਕ ਕੇ ਰੱਖਦੇ ਨੇ। ਭਾਵ ਮਨ ਦੀਆਂ ਵਾਸ਼ਨਾਵਾਂ 'ਤੇ ਵੀ ਕੰਟਰੋਲ ਰੱਖਦੇ ਨੇ, ਇੰਦਰੀਆਂ ਦਾ ਵੀ ਦਮਨ ਕਰਦੇ ਹਨ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਫਿਰ ਉਹਨਾਂ ਦਾ ਭੋਜਨ, ਆਤਮਕ ਭੋਜਨ ਕਿਹੜਾ ਹੁੰਦਾ ਹੈ? ਗੋਪਾਲ ਕੀਰਤਨ। ਹਰ ਵੇਲੇ ਗੋਪਾਲ ਜੋ ਪ੍ਰਿਥਵੀ ਦਾ ਪਾਲਕ ਅਕਾਲ ਪੁਰਖ ਵਾਹਿਗੁਰੂ, ਉਹਦਾ ਜਸ ਕਰਨਾ, ਉਹਦੀ ਸਿਫਤ ਸਲਾਹ ਕਰਨੀ, ਇਹ ਉਹਨਾਂ ਦਾ ਆਤਮਕ ਭੋਜਨ ਹੁੰਦਾ। ਅਲਪ ਮਾਇਆ ਜਲ ਕਮਲ ਰਹਿਤ ਹੈ। ਫਿਰ ਉਹ ਮਾਇਆ ਵਿੱਚ ਰਹਿੰਦੀਆਂ ਨਿਰਲੇਪ ਰਹਿੰਦੇ ਨੇ। ਕਿਵੇਂ? ਜਲ ਕਮਲ ਰਹਿਤ ਹੈ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ, ਦੁਨੀਆ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇਹੁ ਸੱਚਾ ਵਿਚਾਰੋ। ਤਾਂ ਸਤਿਗੁਰੂ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਿਰਾਲਮ, ਜਲ ਕਮਲ ਰਹਿਤ ਹੈ, ਜਿਵੇਂ ਪਾਣੀ, ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਰਹਿੰਦਾ। ਜੈਸੇ ਜਲ ਮੈਂ ਕਵਲ ਨਿਰਾਲਮ, ਮੁਰਗਾਈ ਨ ਸਾਣੇ, ਸੋਰਠ ਸ਼ਬਦ ਭਾਵ ਸਾਗਰ ਧਰੀਐ, ਨਾਨਕ ਨਾਮ ਵਖਾਣੇ। ਐਸੀ ਉਹਨਾਂ ਦੀ ਅਵਸਥਾ ਹੁੰਦੀ ਹੈ। ਭਾਵ ਮਾਇਆ ਵਿੱਚ ਰਹਿੰਦਿਆਂ ਨਿਰਲੇਪ ਰਹਿੰਦੇ ਹਨ। ਉਪਦੇਸੰ ਸਮ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਹੋਰ ਉਹਨਾਂ ਦੀ ਨਿਸ਼ਾਨੀ ਕੀ ਹੁੰਦੀ ਹੈ? ਕੋਈ ਉਹਨਾਂ ਕੋਲ ਉਹਨਾਂ ਦਾ ਮਿੱਤਰ ਆ ਜਾਵੇ, ਚਾਹੇ ਦੁਸ਼ਮਣ ਆ ਜਾਵੇ, ਉਹ ਸਾਰਿਆਂ ਨੂੰ ਸਰਬੱਤ ਦੇ ਭਲੇ ਦਾ ਉਪਦੇਸ਼ ਦਿੰਦੇ ਨੇ। ਉਪਦੇਸ਼ੰ ਸਮ ਮਿੱਤਰ ਸਤਰ ਹੈ। ਦੁਸ਼ਮਣਾਂ ਨੂੰ ਵੀ ਮਿੱਤਰਾਂ ਨੂੰ ਵੀ ਇੱਕ ਸਮਾਨ ਸਰਬੱਤ ਦੇ ਭਲੇ ਦਾ ਉਪਦੇਸ਼ ਦਿੰਦੇ ਨੇ। ਅਤੇ ਨਾਲ ਹੀ ਭਗਵੰਤ ਭਗਤ ਭਾਵਨੀ, ਅਤੇ ਨਾਲ ਕਹਿੰਦੇ ਨੇ ਭਾਈ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਿਆ ਕਰੋ, ਸ਼ਰਧਾ ਭਾਵਨਾ ਦੇ ਨਾਲ ਬਾਣੀ ਪੜ੍ਹਿਆ ਕਰੋ, ਸੇਵਾ ਕਰਿਆ ਕਰੋ, ਅਤੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਕਰੋ। ਇਹ ਉਪਦੇਸ਼ ਦਿੰਦੇ ਹਨ। ਪਰ ਨਿੰਦਾ ਨਹਿ ਸਰੋਤ ਸ਼੍ਰਵਣੰ, ਆਪ ਤਿਆਗ ਸਗਲ ਰੇਣ ਕਹਿ। ਕਈ ਨਿੰਦਿਆ ਨੂੰ ਕਦੇ ਆਪਣੇ ਕੰਨਾਂ ਦੇ ਨਾਲ ਨਹੀਂ ਸੁਣਦੇ। ਆਮ ਲੋਕਾਂ ਦਾ ਸੁਭਾਅ ਹੁੰਦਾ ਆਪਣੀ ਵਡਿਆਈ ਸੁਣਨਾ, ਦੂਜੇ ਦੀ ਨਿੰਦਿਆ ਵਿੱਚੋਂ ਵੀ ਸਵਾਦ ਲੈਂਦੇ ਨੇ। ਪਰ ਪਰਮੇਸ਼ਰ ਦੇ ਪਿਆਰੇ ਨਾ ਆਪਣੀ ਵਡਿਆਈ ਕਰਾਉਣਾ ਚਾਹੁੰਦੇ ਨੇ। ਕਿਉਂ? ਉਹਨਾਂ ਨੂੰ ਪਤਾ ਹੈ ਦੁਨੀਆ ਕੀਆਂ ਵਡਿਆਈਆਂ, ਅਗਨੀ ਸੇਤੀ ਜਾਲ, ਇਹਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀ ਜਾਣਾ। ਵੀ ਇਹ ਦੁਨੀਆ ਦੀਆਂ ਵਡਿਆਈਆਂ ਫਿੱਕੀਆਂ ਨੇ, ਇਹਨਾਂ ਵਿੱਚ ਲਾ ਕੇ ਪਰਮੇਸ਼ਰ ਭੁੱਲ ਜਾਂਦਾ। ਇਸੇ ਲਈ ਉਹ ਕਿਸੇ ਦੀ ਨਿੰਦਿਆ ਨਹੀਂ ਸੁਣਦੇ। ਆਪ ਤਿਆਗ ਸਗਲ ਰੇਣ ਕਹਿ, ਅਤੇ ਆਪਾਂ ਪਾਪ ਛੱਡ ਕੇ ਸਭਨਾਂ ਦੇ ਚਰਨਾਂ ਦੀ ਧੂੜ ਬਣੇ ਰਹਿੰਦੇ ਹਨ। ਖਟ ਲਖਣ ਪੂਰਣੰ ਪੁਰਖ ਹੈ, ਨਾਨਕ ਨਾਮ ਸਾਧ ਸੁਵਜਨ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ, ਜਿਹੜੇ ਪੂਰਨ ਪੁਰਖ ਨੇ, ਜਿਨ੍ਹਾਂ ਨੂੰ ਸੰਤ ਭਗਤ ਤਤ ਬੇਤੇ ਬ੍ਰਹਮ ਗਿਆਨੀ ਗੁਰਮੁਖ ਆਖ ਸਕਦੇ ਹਾਂ, ਇਹ 6 ਪੰਕਤੀਆਂ ਵਿੱਚ ਉਹਨਾਂ ਦੇ ਲੱਛਣ, ਉਹਨਾਂ ਦੇ ਚਿੰਨ੍ਹ, ਉਹਨਾਂ ਦੇ ਜੀਵਨ ਦੀਆਂ ਨਿਸ਼ਾਨੀਆਂ ਅਸੀਂ ਦੱਸੀਆਂ ਨੇ। ਅਤੇ ਆਮ ਇਹਦਾ ਅਰਥ ਇਹ ਵੀ ਕੀਤਾ, ਖਟ ਲਖਣ ਵੀ 6 ਪ੍ਰਕਾਰ ਦੇ ਇਹ ਲੱਛਣ, ਇਹ ਪੂਰਨ ਪੁਰਖਾਂ ਦੇ ਬਿਆਨ ਕੀਤੇ ਨੇ। ਪਰ ਜਦੋਂ ਆਪਾਂ ਵਿਚਾਰ ਕਰਕੇ ਦੇਖਦੇ ਹਾਂ, ਇੱਕ ਇੱਕ ਪੰਕਤੀ ਵਿੱਚ, ਪੰਕਤੀਆਂ 6 ਹੀ ਨੇ, 2-2 ਗੁਣ ਇਕੱਠੇ ਲਿਖੇ ਨੇ। ਇਸੇ ਲਈ 6 ਪੰਕਤੀਆਂ ਵਿੱਚ ਜੋ ਨਿਸ਼ਾਨੀਆਂ ਦੱਸੀਆਂ ਗਈਆਂ ਨੇ, ਪੂਰਨ ਮਹਾਂਪੁਰਖਾਂ ਦੀਆਂ ਹੁੰਦੀਆਂ। ਨਾਨਕ ਨਾਮ ਸਾਧ ਸੁਵਜਨ, ਉਹਨਾਂ ਦਾ ਨਾਮ ਸਾਧੂ ਅਤੇ ਸੱਜਣ ਆਖਿਆ ਜਾ ਸਕਦਾ। ਅਥਵਾ ਉਹੀ ਸਾਧੂ ਨੇ ਗੁਰਮੁਖ ਸਾਧ ਅਸਾਧ ਸਾਧ ਸਦਾਇਆ। ਪ੍ਰਾਚੀਨ ਗ੍ਰੰਥਾਂ ਵਿੱਚ ਸਾਧੂ ਦੇ ਇਹ ਲਕਸ਼ਣ ਦੱਸੇ ਨੇ। ਸਵੈ ਕਾਰਜ ਸਿੱਧਤੀ, ਪਰ ਕਾਰਜ ਤਾਇਤੀ ਸਾ ਸਾਧਾ। ਦੂਜਾ ਇਹ ਵੀ ਲਿਖਿਆ ਹੈ
ਇਹ ਸਾਧ ਕੌਣ ਹੁੰਦਾ ਹੈ? ਸਾਧ ਵਹੀ ਜਗ ਜਾਨੀਐ ਜਾ ਕੇ ਨਹੀਂ ਉਪਾਦ ਮਾਨ। ਸਾਧ ਨਾਮ ਨਿਰਮਲਤਾ ਕੇ ਕਰਮ। ਉਹਨੂੰ ਸਾਧੂ, ਮਹਾਂਪੁਰਖ, ਗੁਰਮੁਖ ਤੇ ਸ੍ਰੇਸ਼ਟ ਸੱਜਣ ਆਖਿਆ ਜਾਂਦਾ ਹੈ। ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕਹਿ ਰਹਿ। ਸੰਸਾਰ ਦੀ ਹਾਲਤ ਕਿਹੋ ਜਿਹੀ ਹੈ? ਸਾਡਾ ਜੀਵਨ ਖੁਸ਼ੀ ਤੇ ਗਮੀ ਦੇ ਵਿੱਚ ਬਤੀਤ ਹੋ ਰਿਹਾ ਹੈ। ਸਾਡੀ ਹਾਲਤ ਕਿਹੋ ਜਿਹੀ ਹੈ? ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ। ਅਜਾ ਭੋਗੰਤ ਕੰਦ ਮੂਲ, ਜਿਵੇਂ ਬੱਕਰੀ ਕੰਦ ਮੂਲ ਖਾਂਦੀ ਹੈ, ਬਿਰਛਾਂ ਦੇ ਪੱਤਰੇ ਖਾਂਦੀ ਹੈ, ਗਾਜਰ ਮੂਲੀਆਂ ਵੀ ਖਾਂਦੀ ਹੈ, ਪਰ ਜਦੋਂ ਉਹਨੂੰ ਸ਼ੇਰ ਦੇ ਨੇੜੇ ਲੈ ਜਾਈਏ, ਬਸੰਤੇ ਸਮੀਪ ਕਹਿ ਰਹਿ, ਫਿਰ ਉਹਦੀ ਖਾਧੀ ਖੁਰਾਕ ਸਾਰੀ ਪਾਣੀ ਬਣ ਜਾਂਦੀ ਹੈ। ਭਾਵ ਉਹਦੀ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ। ਇਹ ਆਦਮੀ ਕਦੀ ਖੁਸ਼ੀ ਦੇ ਪਲਾਂ ਦੇ ਵਿੱਚ ਜਿਉਂਦਾ ਹੈ, ਪਰ ਜਦੋਂ ਖੁਸ਼ੀ ਦੇ ਸਾਹਮਣੇ ਕੋਈ ਗਮੀ ਦਾ ਸਮਾਚਾਰ ਆ ਜਾਂਦਾ ਹੈ, ਉਸੇ ਵੇਲੇ ਸਹਿਮ ਜਾਂਦਾ ਹੈ। ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰਗ ਵਿਆਪਤੇ। ਤਤਰ ਗਤੇ, ਇਹੀ ਹਾਲਤ ਸਾਰੇ ਸੰਸਾਰ ਦੀ ਹੈ। ਅਸੀਂ ਸੰਸਾਰੀ ਜੀਵੀ ਹਾਂ। ਕੋਈ ਖੁਸ਼ੀ ਦੀ ਖਬਰ ਸੁਣਦੇ ਹਾਂ, ਅਸੀਂ ਖਿੜ ਜਾਂਦੇ ਹਾਂ, ਖੁਸ਼ ਹੋ ਜਾਂਦੇ ਹਾਂ, ਪਰ ਜਦੋਂ ਕੋਈ ਗਮੀ ਦਾ ਸਮਾਚਾਰ ਸੁਣਦੇ ਹਾਂ, ਉਸੇ ਵੇਲੇ ਮਨਫੀ ਹਾਲਤ ਵਿੱਚ ਚਲੇ ਜਾਂਦੇ ਹਾਂ। ਨਾਨਕ ਸੋਗ ਹਰਖੰਗ ਵਿਆਪਤੇ, ਇਸ ਢੰਗ ਦੇ ਨਾਲ ਖੁਸ਼ੀ ਤੇ ਗਮੀ ਹਰ ਵੇਲੇ ਸਾਨੂੰ ਪ੍ਰਭਾਵਿਤ ਕਰਦੀ ਹੈ ਤੇ ਸਾਡੇ ਮਨ ਨੂੰ ਮੁਤਾਸਰ ਕਰਦੀ ਰਹਿੰਦੀ ਹੈ। ਸ਼ਲੰ ਛਿਦਰੰ ਕੋਟ ਬਿਗਨੰ ਅਪਰਾਧੰ ਕਿਲਬਿਖ ਮਲੰ। ਲੋ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਇਸ ਮਨੁੱਖ ਦਾ ਸੁਭਾਅ ਕੀ ਹੈ? ਛਲ ਧੋਖਾ ਕਰਨਾ, ਛਿਦਰੰ ਕਿਸੇ ਵਿੱਚ ਦੋਸ਼ ਆਰੋਪੀ ਜਾਣੇ, ਇਲਜ਼ਾਮਬਾਜ਼ੀ ਕਰਨੀ, ਤੇ ਕਿਸੇ ਦੇ ਬਣਦੇ ਕੰਮਾਂ ਦੇ ਵਿੱਚ ਕੋਟ ਬਿਗਨੰ, ਕਰੋੜਾਂ ਤਰ੍ਹਾਂ ਦੇ ਵਿਘਨ ਪਾਉਣੇ। ਵੀ ਆਪ ਦਾ ਕੰਮ ਸੌਰੇ ਚਾਹੇ ਨਾ ਸੌਰੇ, ਪਰ ਦੂਜੇ ਦਾ ਨਹੀਂ ਸੌਰਨ ਦੇਣਾ। ਇਹ ਭਾਵਨਾ ਬੰਦੇ ਦੀ ਬਣੀ ਹੋਈ ਹੈ। ਧੋਖਾ ਕਰਨਾ, ਇਲਜ਼ਾਮਬਾਜ਼ੀ ਕਰਨੀ, ਤੁਹਮਤਬਾਜ਼ੀ ਕਰਨੀ ਤੇ ਕਰੋੜਾਂ ਵਿਘਨ ਪਾਉਣੇ। ਅਪਰਾਧੰ, ਤੇ ਫਿਰ ਗੁਨਾਹ ਕਰਨੇ, ਅਪਰਾਧ ਕਰਨੇ, ਚੋਰੀ ਕਰਨੀ, ਯਾਰੀ ਕਰਨੀ, ਝੂਠ ਬੋਲਣਾ, ਤੇ ਕਿਲਬਿਖ ਮਲਨ, ਤੇ ਕਿਲਬਿਖ ਪਾਪ ਕਰਨੇ। ਇਹ ਮੈਲ ਸਾਡੇ ਜੀਵਨ ਦੇ ਵਿੱਚ ਭਰਦੀ ਰਹਿੰਦੀ ਹੈ। ਭਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ। ਫਿਰ ਆਪ ਭਰਮ ਦੇ ਵਿੱਚ ਪੈਣਾ, ਵਹਿਮਾਂ ਭਰਮਾਂ ਦਾ ਸ਼ਿਕਾਰ ਹੋਏ ਰਹਿਣਾ, ਦੂਜਿਆਂ ਨੂੰ ਵੀ ਵਹਿਮਾਂ ਭਰਮਾਂ ਦੇ ਵਿੱਚ ਪਾਈ ਰੱਖਣਾ, ਤੇ ਮੋਹੰ, ਮਾਇਆ ਦੇ ਪਰਿਵਾਰ ਦੇ ਮੋਹ ਦੇ ਵਿੱਚ ਫਸੇ ਰਹਿਣਾ। ਮਾਣ, ਆਪਣਾ ਸਤਿਕਾਰ ਕਰਾਉਣ ਦੀ ਇੱਛਾ ਹੋਣੀ। ਅਪਮਾਨੰ, ਦੂਜੇ ਦਾ ਨਿਰਾਦਰ ਕਰਨਾ। ਇਹ ਮਨੁੱਖ ਦਾ ਸੁਭਾਅ ਬਣਿਆ ਹੋਇਆ। ਮਦੰ, ਫਿਰ ਜੇ ਕੁਛ ਮਿਲ ਜਾਵੇ ਤੇ ਧਨ ਜਾਇਦਾਦ, ਉਹਦਾ ਹੰਕਾਰ ਕਰਨਾ। ਮਾਇਆ ਵਿਆਪਤੰ, ਇਸ ਢੰਗ ਦੇ ਨਾਲ ਇਹ ਮਾਇਆ ਸਾਨੂੰ ਵਿਆਪ ਰਹੀ ਹੈ, ਮੁਤਾਸਰ ਕਰ ਰਹੀ ਹੈ, ਸਾਡੇ ਗਲ ਨੂੰ ਚਿੰਬੜਦੀ ਹੈ। ਮ੍ਰਿਤ ਜਨਮ ਭਰਮੰਤ ਨਰਕ ਹੈ ਅਨਕ ਉਪਾਵੰਗ ਨਾ ਸਿੱਧਿਅਤੇ। ਇਹ ਪਾਪ ਰੂਪ ਕਰਮਾਂ ਕਰਕੇ ਮ੍ਰਿਤ ਜਨਮ ਭਰਮੰਤ ਨਰਕ ਹੈ। ਮੌਤ ਤੇ ਜਨਮ, ਭਾਵ ਜਨਮ ਮਰਨ ਦੇ ਵਿੱਚ ਭਰਮੰਤ, ਜੀਵ ਭਰਮ ਦੇ ਭਟਕਦੇ ਰਹਿੰਦੇ ਨੇ। ਪਾਪ ਕਰਮ ਕਰਕੇ, ਖੋਟੇ ਕੰਮ ਕਰਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ। ਤੇ ਨਾਲ ਹੀ ਨਰਕ ਹੈ, ਤੇ ਨਰਕਾਂ ਵਿੱਚ, ਦੋਜ਼ਖ ਵਿੱਚ ਜਾ ਕੇ ਨਰਕ ਦੀ ਅੱਗ ਵਿੱਚ ਪਏ ਸੜਦੇ ਨੇ। ਅਨਕ ਉਪਾਵੰਗ ਨਾ ਸਿੱਧਿਆ, ਤੇ ਅਨੇਕਾਂ ਉਪਾਅ ਯਤਨ ਕਰਨ ਦੇ ਬਾਵਜੂਦ ਇਹ ਮਨੁੱਖ ਇਹਨਾਂ ਪਾਪਾਂ ਤੋਂ ਤੇ ਇਹਨਾਂ ਸਜ਼ਾਵਾਂ ਤੋਂ ਕਦੇ ਬਚ ਨਹੀਂ ਸਕਦਾ, ਕਦੇ ਆਪਣੇ ਜੀਵਨ ਦੇ ਵਿੱਚ ਨਜਾਤ, ਬੰਦ ਖਲਾਸੀ ਨਹੀਂ ਹਾਸਲ ਕਰ ਸਕਦਾ। ਨਿਰਮਲੰ ਸਾਧ ਸੰਗੇ ਜਪੰਤ ਨਾਨਕ ਗੋਪਾਲ ਨਾਮੰ। ਹਾਂ, ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਆਹ ਇੱਕ ਯਤਨ ਕਰੋ, ਇਹ ਯਤਨ ਸਫਲ ਹੋ ਸਕਦਾ ਹੈ। ਤੁਸੀਂ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਸਕਦੇ ਹੋ। ਉਹ ਕੀ ਹੈ ਯਤਨ? ਨਿਰਮਲੰ ਸਾਧ ਸੰਗਤ। ਸਾਧ ਸੰਗਤ, ਗੁਰਮੁਖਾਂ ਦੀ ਸੰਗਤ ਵਿੱਚ ਆ ਜਾਓ। ਉਹ ਬਹੁਤ ਨਿਰਮਲ ਹੈ ਤੇ ਤੁਹਾਡੇ ਵੀ ਪਾਪਾਂ ਦੀ ਮੈਲ ਨੂੰ ਧੋ ਸਕਦੀ ਹੈ। ਉੱਥੇ ਆ ਕੇ ਕਰਨਾ ਕੀ ਹੈ? ਜਪੰਤ ਨਾਨਕ ਗੋਪਾਲ ਨਾਮ,
ਸਤ ਸੰਗਤ ਵਿੱਚ ਆ ਕੇ ਗੋਪਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੋ। ਨਾਮ ਦੇ ਵਿੱਚ ਸ਼ਕਤੀ ਹੈ। ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ, ਪਤਤ ਪਵਿੱਤ ਪਏ RAM ਕਹਿਤ ਹੀ। ਜਦੋਂ ਕੋਈ ਮਨੁੱਖ ਸਤਸੰਗਤ ਵਿੱਚ ਬੈਠ ਕੇ ਗੁਰੂ ਵਾਲਾ ਹੋ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ, ਫਿਰ ਉਹਦੇ ਸਾਰੇ ਪਾਪ, ਐਬ, ਵਿਕਾਰ, ਖੋਟੇ ਕਰਮ, ਮਾੜੇ ਭਾਗ ਸਾਰੇ ਨਾਸ ਹੋ ਜਾਂਦੇ ਹਨ। ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ। ਜਿਹੜਾ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਅਸਵਾ ਨਿਤ ਪ੍ਰਤ ਹੈ, ਨਿਤਾ ਪ੍ਰਤੀ, ਰੋਜ਼ਾਨਾ, ਹਮੇਸ਼ਾ ਉਸ ਗੋਬਿੰਦ ਦੇ ਗੁਣਾਂ ਨੂੰ ਰਮੰਤ ਉਚਾਰਨ ਕਰਦੇ। ਸੰਗਤ ਵਿੱਚ ਦੋ ਕੰਮ ਅਸੀਂ ਕਰਦੇ ਹਾਂ। ਇੱਕ ਤਾਂ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਨਾਮ ਸਿਮਰਨਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਦੂਜਾ ਸੰਗਤ ਵਿੱਚ ਬੈਠ ਕੇ ਰੱਬੀ ਬਾਣੀ ਦਾ ਕੀਰਤਨ ਕਰਨਾ। ਤੇ ਇਹ ਦੋ ਕੰਮ ਨੇ। ਨਾਮ ਜਪਣਾ ਜਾਤੀ ਸਾਧਨ ਹੈ ਤੇ ਕੀਰਤਨ ਜਮਾਤੀ ਸਾਧਨ ਹੈ। ਗੁਰਮੁਖ ਪਿਆਰੇ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਨੇ ਤੇ ਨਿਤਾ ਪ੍ਰਤੀ ਗੋਬਿੰਦ ਦੇ ਗੁਣਾਂ ਨੂੰ ਉਚਾਰਨ ਕਰਦੇ ਨੇ। ਇਹਦੇ ਨਾਲ ਸਭ ਤਰ੍ਹਾਂ ਦੇ ਪਾਪਾਂ ਤੋਂ, ਵਿਕਾਰਾਂ ਤੋਂ ਨਿਜਾਤ ਹਾਸਲ ਕਰ ਲੈਂਦੇ ਹਨ। ਤਰਨ ਸਰਨ ਸੁਆਮੀ ਰਮਨ ਸੀਲ ਪਰਮੇਸ਼ਰ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਤਰਨ ਸਰਨ ਸੁਆਮੀ। ਉਹ ਸੁਆਮੀ ਮਾਲਕ ਵਾਹਿਗੁਰੂ ਦੀ ਸ਼ਰਨ ਤਰਨ ਜਹਾਜ਼ ਦੀ ਤਰ੍ਹਾਂ ਹੈ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਜਦੋਂ ਮਨੁੱਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹ ਪਾਪ ਸਾਗਰ ਤੋਂ ਤਰ ਜਾਂਦਾ ਹੈ। ਰਮਨਸ਼ੀਲ ਪਰਮੇਸ਼ਰ ਹੈ। ਉਹ ਪਰਮੇਸ਼ਰ ਰਮਨਸ਼ੀਲ, ਬੜੇ ਸੁੰਦਰ ਕੌਤਕ ਕਰਨ ਵਾਲਾ ਹੈ। ਰਮਨ ਤੋਂ ਭਾਵ ਸੁੰਦਰ ਲੀਲਾ, ਸੋਹਣੇ ਕਲੋਲ, ਸੋਹਣੇ ਚੋਜ ਕਰਨ ਵਾਲਾ ਹੈ। ਤੇ ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦੇ ਹਾਂ ਤੇ ਉਹ ਸਾਨੂੰ ਪਾਪ ਸਾਗਰ ਤੋਂ ਪਾਰ ਕਰ ਦਿੰਦਾ ਹੈ। ਕਰਨ ਕਾਰਨ ਸਮਰਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਤੇ ਉਹ ਵਾਹਿਗੁਰੂ ਕਰਨ ਕਾਰਨ ਸਮਰੱਥ ਵੀ ਹੈ। ਕਰਨ ਕਾਰਨ ਸ਼ਬਦ ਗੁਰਬਾਣੀ ਵਿੱਚ ਕਈ ਵਾਰ ਆਉਂਦੇ ਨੇ। ਮਹਾਂਪੁਰਖ ਇਹਨਾਂ ਦੀ ਵਿਚਾਰ ਕਰਦੇ ਸਨ ਵੀ ਕਾਰਨ ਦੋ ਪ੍ਰਕਾਰ ਦਾ ਹੁੰਦਾ, ਇੱਕ ਉਪਾਦਾਨ ਕਾਰਨ, ਦੂਸਰਾ ਨਿਮਿਤ ਕਾਰਨ। ਤੇ ਜਿਹੜਾ ਕਾਰਨ ਸ਼ਬਦ ਆਉਂਦਾ ਹੈ, ਅਸਾਧਾਰਨ ਕਾਰਣੰ ਕਰਣਮ। ਜਿਹੜਾ ਅਸਾਧਾਰਨ ਕਾਰਨ ਹੋਵੇ ਉਹਨੂੰ ਕਾਰਨ ਕਹਿੰਦੇ ਨੇ। ਸਮਝਣ ਦੇ ਵਾਸਤੇ ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ। ਜਿਵੇਂ ਘੁਮਿਆਰ ਮਿੱਟੀ ਤੋਂ ਘੜਾ ਬਣਾਉਂਦਾ, ਮਿੱਟੀ ਉਪਾਦਾਨ ਕਾਰਨ ਹੈ ਤੇ ਘੁਮਿਆਰ ਨਿਮਿਤ ਕਾਰਨ ਹੈ। ਹੁਣ ਮਿੱਟੀ ਵੀ ਹੋਵੇ, ਘੁਮਿਆਰ ਵੀ ਹੋਵੇ, ਉਹਦੇ ਕੋਲੇ ਸਾਧਨ ਨਾ ਹੋਣ ਫਿਰ ਉਹ ਘੜਾ ਨਹੀਂ ਬਣਾ ਸਕਦਾ। ਜਿਹੜੇ ਵਿਚਲੇ ਸਾਧਨ ਨੇ ਤੇ ਉਹਨਾਂ ਨੂੰ ਕਾਰਨ ਕਿਹਾ ਜਾਂਦਾ ਹੈ। ਸੁਨਿਆਰ ਦੀ ਗੱਲ ਲੈ ਲਵੋ, ਸੋਨਾ ਉਪਾਦਾਨ ਕਾਰਨ ਹੈ, ਸੁਨਿਆਰ ਨਿਮਿਤ ਕਾਰਨ ਹੈ। ਪਰ ਜੇ ਉਹਦੇ ਕੋਲੇ ਸੰਦ ਨਾ ਹੋਣ, ਔਜ਼ਾਰ ਨਾ ਹੋਣ, ਉਹ ਗਹਿਣਾ ਨਹੀਂ ਬਣਾ ਸਕਦਾ। ਇਉਂ ਵਾਹਿਗੁਰੂ ਸਾਰੇ ਕਾਰਨਾਂ ਨੂੰ ਤੇ ਜਿਹੜੇ ਅਸਾਧਾਰਨ ਕਾਰਨ ਨੇ ਉਹਨਾਂ ਨੂੰ ਪੈਦਾ ਕਰਨ ਵਾਲਾ ਸਰਬ ਸ਼ਕਤੀਮਾਨ ਹੈ। ਦਾਨ ਦੇ ਪ੍ਰਭ ਪੂਰਨ ਹੈ। ਫਿਰ ਉਹ ਪੂਰਨ ਪ੍ਰਭੂ ਸਭ ਨੂੰ ਦਾਨ ਦਿੰਦਾ ਹੈ। ਕਿਉਂ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਵੱਡਾ ਦਾਤਾ ਤਿਲ ਨਾ ਤਮਾਏ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਸਾਰੇ ਜੀ ਵਾਹਿਗੁਰੂ ਦਾ ਦਿੱਤਾ ਦਾਨ ਹੀ ਤੇ ਖਾ ਰਹੇ ਹਨ। ਨਿਰਾਸ ਆਸ ਕਰਣੰ ਸਗਲ ਅਰਥ ਆਲਿਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜੇ ਨਿਰਾਸ਼ ਨੇ, ਦੁਨੀਆ ਵੱਲੋਂ ਨਿਰਾਸ਼ ਹੋ ਚੁੱਕੇ ਨੇ, ਉਹਨਾਂ ਦੀ ਆਸਾ ਪੂਰੀ ਕਰ ਦਿੰਦੇ। ਸਗਲ ਅਰਥ ਆਲਿਆ, ਸਾਰੇ ਪਦਾਰਥ ਆਲਿਆ ਉਹਦੇ ਘਰ ਦੇ ਵਿੱਚ ਨੇ। ਸਭ ਕੁਛ ਘਰ ਮੈਂ ਹੈ, ਬਾਹਰ ਨਹੀਂ, ਬਾਹਰ ਟੋਲੇ ਸੋ ਪਰਮ ਭੁਲਾਹੀ। ਜਿੰਨੇ ਪਦਾਰਥ ਨੇ, ਅਰਥ ਧਰਮ ਕਾਮ ਮੋਹ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਬਦਾਤਾ। ਅਰਥ ਧਰਮ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਨੇ। ਗੁਰਮਤਿ ਦੇ ਚਾਰ ਪਦਾਰਥ ਥੋੜ੍ਹੇ ਜਿਹੇ ਇਹਨਾਂ ਤੋਂ ਵੱਖਰੇ ਨੇ, ਜਿਹੜੇ ਮਹਾਂਪੁਰਖ ਦੱਸਦੇ ਸਨ।
ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ, ਇਹ ਸਾਰੇ ਵਾਹਿਗੁਰੂ ਦੇ ਘਰ ਦੇ ਵਿੱਚ ਹਨ। ਗੁਣ ਨਿਧਾਨ ਸਿਮਰੰਤ ਨਾਨਕ, ਸਗਲ ਜਾਚੰਤ ਜਾਚ ਕਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਸਾਰੇ ਜੀਵ ਸੰਤ ਭਗਤ ਵੀ ਗੁਣ ਦਾਨ ਸਿਮਰੰਤ ਨਾਨਕ, ਗੁਣਾਂ ਦਾ ਖਜ਼ਾਨਾ ਵਾਹਿਗੁਰੂ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਵੈਨ ਗੁਣ ਕੀਤੇ ਭਗਤ ਨਾ ਹੋਏ। ਸਭ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਈ ਕਰੇ। ਉਹ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ, ਉਹ ਉਹਨੂੰ ਸਿਮਰਦੇ ਰਹਿੰਦੇ ਨੇ। ਸਗਲ ਜਾਚੰਤ ਜਾਚਕ ਹੈ, ਫਿਰ ਜਾਚਕ ਭਿਖਾਰੀ ਬਣ ਕੇ ਉਹ ਵਾਹਿਗੁਰੂ ਤੋਂ ਮੰਗਦੇ ਨੇ, ਅਤੇ ਜੋ ਜੋ ਮੰਗਦੇ ਨੇ ਉਹੀ ਕੁਛ ਉਹਨਾਂ ਨੂੰ ਮਿਲ ਜਾਂਦਾ ਹੈ। ਜੋ ਮੰਗ ਹੈ ਠਾਕੁਰੀ ਆਪਣੇ ਤੇ, ਸੋਈ ਸੋਈ ਦੇ। ਨਾਨਕ ਦਾਸ ਮੁਖਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਉਸ ਵਾਹਿਗੁਰੂ ਦਾ ਆਪਣੇ ਭਗਤਾਂ ਨਾਲ ਪੁੱਤਰਾਂ ਵਾਲਾ ਪ੍ਰੇਮ ਹੁੰਦਾ। ਪੁੱਤਰ ਪਿਤਾ ਕੋਲੋਂ ਕੁਛ ਵੀ ਮੰਗਦਾ ਹੈ ਉਸ ਨੂੰ ਦਿੰਦਾ, ਅਤੇ ਜੇ ਕੋਈ ਮਹਿੰਗੀ ਚੀਜ਼ ਮੰਗ ਲੈਂਦਾ ਫਿਰ ਥੋੜ੍ਹਾ ਸਮਾਂ ਟਾਲ ਮਟੋਲ ਕਰਦਾ, ਬਾਅਦ ਵਿੱਚ ਫਿਰ ਕਹਿੰਦਾ ਕੋਈ ਨਹੀਂ, ਤੇਰਾ ਬਰਥਡੇ ਆਵੇਗਾ, ਉਸ ਵੇਲੇ ਤੈਨੂੰ ਚੀਜ਼ ਲੈ ਦੇਵਾਂਗੇ। ਦੇਣੀ ਪੈਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਸਾਰੇ ਪਰਮੇਸ਼ਰ ਦੇ ਪਿਆਰੇ ਭਿਖਾਰੀ ਬਣ ਕੇ ਵਾਹਿਗੁਰੂ ਤੋਂ ਮੰਗਦੇ ਹਨ। ਦੁਰਗਮ ਸਥਾਨ ਸੁਗਮੰ, ਮਹਾਦੂਖ ਸਰਬ ਸੂਖਣ ਹੈ। ਜਦੋਂ ਗੁਰੂ ਪਰਮੇਸ਼ਰ ਪ੍ਰਸੰਨ ਹੁੰਦੇ ਨੇ, ਫਿਰ ਉਹਦਾ ਪ੍ਰਭਾਵ, ਉਹਦਾ ਪ੍ਰਤੀਕਰਮ ਕੀ ਹੁੰਦਾ ਹੈ, ਹਜ਼ੂਰ ਉਹਦੇ ਬਾਰੇ ਦੱਸਦੇ ਨੇ। ਦੁਰਗਮ ਸਥਾਨ ਸੁਗਮੰ, ਉਹ ਸਥਾਨ ਜਿੱਥੇ ਪਹੁੰਚਣਾ ਦੁਰਗਮ ਬਹੁਤ ਔਖਾ ਹੁੰਦਾ। ਅੱਜ ਜਿਵੇਂ ਕਈ ਪ੍ਰੇਮੀ ਪਹਿਲਾਂ ਰੀਠਾ ਸਾਹਿਬ ਦੀ ਪੈਦਲ ਯਾਤਰਾ ਕਰਿਆ ਕਰਦੇ ਸਨ, ਅਤੇ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਵੀ ਕਾਫੀ ਕਠਿਨ ਹੈ। ਕਈ ਤਾਂ ਸੌਖੇ ਵੀ ਚਲੇ ਜਾਂਦੇ ਨੇ, ਪਰ ਜਿਹੜੇ ਕਮਜ਼ੋਰ ਨੇ, ਜਿਨ੍ਹਾਂ ਨੇ ਕੋਈ ਐਕਸਰਸਾਈਜ਼ ਨਹੀਂ ਕੀਤੀ ਹੁੰਦੀ, ਉਹਨਾਂ ਨੂੰ ਉੱਥੇ ਸਾਹ ਚੜ੍ਹਦਾ ਹੈ, ਆਕਸੀਜਨ ਘੱਟ ਜਾਂਦੀ ਹੈ, ਉੱਥੇ ਜਾਣਾ ਬਹੁਤ ਔਖਾ ਲੱਗਦਾ। ਕਈ ਰਾਹ 'ਚ ਵੀ ਬੈਠ ਜਾਂਦੇ ਨੇ। ਦੁਰਗਮ ਸਥਾਨ ਸੁਗਮੰ, ਜਦੋਂ ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ, ਔਖੇ ਥਾਂ 'ਤੇ ਜਾਣਾ ਵੀ ਸੌਖਾ ਹੋ ਜਾਂਦਾ। ਦੁਰਗਮ ਦਾ ਅਰਥ ਹੈ ਔਖਾ, ਅਤੇ ਸੁਗਮੰ ਦਾ ਅਰਥ ਹੁੰਦਾ ਸੌਖਾ। ਉਹ ਸਥਾਨ ਜਿੱਥੇ ਜਾਣਾ ਕਠਿਨ ਹੁੰਦਾ, ਉੱਥੇ ਸੌਖੇ ਪਹੁੰਚ ਜਾਂਦਾ ਹੈ। ਮਹਾਂਦੁਖ ਸਰਬ ਸੁਖ ਨੇ। ਜਦੋਂ ਗੁਰੂ ਪਰਮੇਸ਼ਰ ਦੀ ਦਿਆਲਤਾ ਹੁੰਦੀ ਹੈ, ਜਿਹੜੇ ਵੱਡੇ ਵੱਡੇ ਦੁੱਖ ਨੇ ਉਹ ਸਾਰੇ ਸੁੱਖਾਂ ਵਿੱਚ ਬਦਲ ਜਾਂਦੇ ਹਨ। ਦੁਰਬਚਨ ਭੇਦ ਭਰਮੰ, ਸਾਕਤ ਪਿਸਨੰਤ ਸੁਰਜਨ ਹੈ। ਲਓ, ਜਦੋਂ ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ, ਦੁਰਬਚਨ ਭੇਦ, ਜਿਹੜੇ ਆਦਮੀ ਖਰਵੇ ਕੌੜੇ ਰੁੱਖੇ ਬਚਨ ਬੋਲ ਕੇ ਸਾਡੇ ਸੀਨੇ ਨੂੰ ਵਿੰਨ ਦਿੰਦੇ ਨੇ। ਹੁਣ ਕਈ ਲੋਕਾਂ ਦਾ ਸੁਭਾਅ ਹੁੰਦਾ ਹੈ, ਉਹ ਕਿਸੇ ਨੂੰ ਮਾੜਾ ਬੋਲਦੇ ਨੇ, ਉਹਦੇ ਦਿਲ ਨੂੰ ਠੇਸ ਪਹੁੰਚਦੀ ਹੈ। ਫਿਰ ਜਿਨ੍ਹਾਂ ਨੂੰ ਕੋਈ ਗਾਲ ਕੱਢ ਦਿੰਦੇ, ਕਹਿੰਦੇ ਮੇਰਾ ਤਾਂ ਉਹਨੇ ਸੀਨਾ ਵਿੰਨ ਕੇ ਰੱਖ ਦਿੱਤਾ, ਮੇਰੇ ਦਿਲ ਵਿੱਚ ਤਾਂ ਛੇਕ ਹੋ ਗਿਆ। ਕਈ ਇਹੋ ਜਿਹੇ ਲੋਕ ਨੇ ਜਿਹੜੇ ਖਰਵੇ ਬੋਲ ਬੋਲ ਕੇ ਸਾਡੇ ਦਿਲ ਨੂੰ ਵਿੰਨ ਕੇ ਰੱਖ ਦਿੰਦੇ ਨੇ, ਅਤੇ ਕਈ ਐਸੇ ਲੋਕ ਨੇ ਭਰਮੰ, ਸਾਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਦਿੰਦੇ ਨੇ। ਗੱਲ ਕੁਝ ਹੋਰ ਹੁੰਦੀ ਹੈ ਅਤੇ ਕਹਿੰਦੇ ਕੁਝ ਹੋਰ ਹੁੰਦੇ ਨੇ। ਸਾਕਤ, ਜਿਹੜੇ ਸ਼ਕਤੀ ਦੇ ਉਪਾਸ਼ਕ ਨੇ, ਪਰਮੇਸ਼ਰ ਤੋਂ ਬੇਮੁਖ ਨੇ, ਮਾਇਆ ਦੇ ਮਗਰ ਪਏ ਹੋਏ ਨੇ, ਅਤੇ ਮਾਇਆ ਉਹਨਾਂ ਦਾ ਇਸ਼ਟ ਹੈ, ਮਾਇਆ ਉਹਨਾਂ ਦਾ ਗੁਰੂ ਹੈ, ਮਾਇਆ ਉਹਨਾਂ ਦਾ ਪਿਓ ਹੈ। ਬਸ ਉਹਦੇ ਮਗਰ ਹੀ ਲੱਗੇ ਫਿਰਦੇ ਨੇ। ਪਿਸਨੰਤ, ਅਤੇ ਜਿਹੜੇ ਚੁਗਲ ਨੇ, ਮੁਖਬਰ ਨੇ, ਇੱਧਰ ਉੱਧਰ ਸਾਡੇ ਮੂੰਹ 'ਤੇ ਹੋਰ ਗੱਲਾਂ, ਪਿੱਠ ਪਿੱਛੇ ਹੋਰ ਗੱਲਾਂ ਕਰਨੀਆਂ। ਜਿਹੜੇ ਇਹੋ ਜਿਹੇ ਲੋਕ ਨੇ ਨਾ, ਭਾਵ ਸਾਡੇ ਵੈਰੀ ਅਤੇ ਸਾਡੇ ਦੁਸ਼ਮਣ ਸੁਰਜਨ ਹੈ, ਉਹ ਸਾਰੇ ਸ੍ਰੇਸ਼ਟ ਜਨ, ਸੁਹਿਰਦ ਮਿੱਤਰ, ਜਿਗਰੀ ਦੋਸਤ ਬਣ ਜਾਂਦੇ ਹਨ। ਅਸਥਤੰ ਸੋਗ ਹਰਖੰ, ਭੈ ਖੀਣੰਤ ਨਿਰਭਵੈ। ਜਦੋਂ ਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਅਸਥਿਤੰ ਸੋਗ ਹਰਖੰ, ਫਿਰ ਖੁਸ਼ੀ ਅਤੇ ਗਮੀ ਦੇ ਵਿੱਚ ਸਾਡਾ ਮਨ ਅਡੋਲ ਰਹਿੰਦਾ। ਨਹੀਂ ਤਾਂ ਹੁਣ ਆਮ ਤੌਰ 'ਤੇ ਖੁਸ਼ੀ ਵਿੱਚ ਸਾਡਾ ਮਨ ਫੁੱਲਿਆ ਨਹੀਂ ਸਮਾਉਂਦਾ, ਪਰ ਜਦੋਂ ਕੋਈ ਮਾੜੀ ਖਬਰ ਸੁਣ ਲੈਂਦੇ ਹਾਂ, ਫਿਰ ਇੱਕਦਮ ਮੰਨਫੀ ਹਾਲਤ ਵਿੱਚ ਚਲਿਆ ਜਾਂਦਾ।
ਕਿਤੇ ਚੜ੍ਹਦੀ ਕਲਾ, ਕਦੇ ਢਹਿੰਦੀ ਕਲਾ ਸਾਡੇ ਮਨ ਦੀ ਹੋ ਜਾਂਦੀ। ਪਰ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਦੋਨਾਂ ਹਾਲਤਾਂ ਵਿੱਚ ਮਨ ਅਡੋਲ ਰਹਿੰਦਾ ਹੈ। ਪੈ ਖੀਣੰਤ ਨਿਰਭਵ ਹੈ, ਅਤੇ ਅਸੀਂ ਪਹਿਲਾਂ ਡਰ ਦੇ ਨਾਲ, ਖੀਣੰਤ ਦਾ ਅਰਥ ਹੈ ਕਮਜ਼ੋਰ ਹੁੰਦੇ ਰਹਿੰਦੇ ਹਾਂ, ਡਰ ਦੇ ਨਾਲ ਸਹਿਮੇ ਰਹਿੰਦੇ ਹਾਂ, ਅਤੇ ਫਿਰ ਉਹ ਡਰ ਤੋਂ ਵੀ ਨਿਰਭਵ ਹੈ, ਨਿਡਰ ਹੋ ਜਾਈਦਾ। ਕਦੋਂ? ਜਦੋਂ ਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ। ਭੈ ਅਟਵਿਯੰ ਮਹਾਨਗਰ ਵਾਸੰ ਧਰਮ ਲਖਣ ਪ੍ਰਭ ਮਇਆ। ਲੋ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ ਇਹ ਧਰਮ ਦੀਆਂ ਨਿਸ਼ਾਨੀਆਂ ਨੇ, ਤੇ ਵਾਹਿਗੁਰੂ ਦੀ ਮਾਇਆ ਮਿਹਰ ਦੇ ਨਾਲ ਇਹ ਸਭ ਕੁਝ ਪ੍ਰਾਪਤ ਹੁੰਦਾ, ਸਭ ਕੁਝ ਬਦਲ ਜਾਂਦਾ। ਭੈ ਅਟਵਿਯੰ ਮਹਾਨਗਰ ਵਾਸੰ, ਜਿੱਥੇ ਬੜੀ ਭਿਆਨਕ, ਅਟਵਿਯੰ ਦਾ ਅਰਥ ਉਜਾੜ ਹੁੰਦੀ ਹੈ, ਮਹਾਨਗਰ ਵਾਸੂ, ਉੱਥੇ ਵੱਡੇ ਵੱਡੇ ਨਗਰ ਵਸ ਜਾਂਦੇ ਨੇ। ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਨੇ, ਜਿੱਥੇ ਕੋਈ ਰੱਬ ਦਾ ਪਿਆਰਾ ਬੈਠ ਕੇ ਭਗਤੀ ਕਰਦਾ ਹੈ ਨਾ, ਤੇ ਉੱਥੇ ਜੰਗਲਾਂ 'ਚ ਮੰਗਲ ਲੱਗ ਜਾਂਦੇ ਨੇ। ਭਿਆਨਕ ਉਜਾੜਾਂ ਦੇ ਵਿੱਚ ਰੌਣਕਾਂ ਬਣ ਜਾਂਦੀਆਂ ਨੇ, ਕੁੱਗ ਸ਼ਹਿਰ ਵਸ ਜਾਂਦੇ ਨੇ। ਇਹ ਧਰਮ ਦੇ ਲੱਛਣ ਨੇ। ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ, ਸਭ ਕੁਝ ਹੋ ਜਾਂਦਾ ਹੈ। ਸਾਧ ਸੰਗਮ ਰਾਮ ਰਾਮ ਰਮਣੰ ਸਰਨ ਨਾਨਕ ਹਰ ਹਰ ਦਿਆਲ ਚਰਣੰ। ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਨੇ ਇਹ ਗੱਲਾਂ ਕਦੋਂ ਹੁੰਦੀਆਂ ਨੇ? ਸਾਧ ਸੰਗਮ ਰਾਮ ਰਾਮ ਰਮਣੰ, ਜਦੋਂ ਸਾਧ ਸੰਗਤ ਵਿੱਚ ਆ ਕੇ, ਗੁਰੂ ਦੀ ਸੋਭਤ ਵਿੱਚ ਆ ਕੇ ਵਿਆਪਕ ਸਰੂਪ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਹਾਂ, ਤੇ ਸਰਨ ਨਾਨਕ, ਤੇ ਅਸੀਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਾਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੁਆਂਖ ਤੇਰੇ ਨਹੀਂ ਆਨੀ, ਹਰ ਹਰ ਦਇਆਲ ਚਰਣੰ, ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਜੋ ਦਇਆ ਦਾ ਘਰ ਹੈ, ਉਹਦੇ ਚਰਨਾਂ ਦੀ ਸ਼ਰਨ ਵਿੱਚ ਪਹੁੰਚ ਜਾਂਦੇ ਹਾਂ। ਤੇ ਉੱਥੇ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ। ਫਿਰ ਆਹ ਧਰਮ ਦੇ ਲੱਛਣ, ਇਹ ਧਰਮ ਦੀਆਂ ਨਿਸ਼ਾਨੀਆਂ ਉੱਥੇ ਪ੍ਰਗਟ ਹੋ ਜਾਂਦੀਆਂ ਨੇ, ਤੇ ਜਿਹੜਾ ਮਾੜਾ ਮਾਹੌਲ ਹੁੰਦਾ ਹੈ ਉਹ ਸਾਰਾ ਵਧੀਆ ਬਣ ਜਾਂਦਾ ਹੈ। ਜਿਹੜਾ ਪ੍ਰਤਿਕੂਲ ਵਾਤਾਵਰਨ ਹੁੰਦਾ ਸਾਡੇ ਅਨੁਕੂਲ ਬਣ ਜਾਂਦਾ ਹੈ। ਸਾਡੇ ਵਿਰੋਧੀ ਸਾਡੇ ਮਿੱਤਰ ਬਣ ਜਾਂਦੇ ਨੇ। ਇਹ ਐਸੀ ਵਾਹਿਗੁਰੂ ਦੀ ਖੇਡ ਵਰਤੀ ਜਾਂਦੀ ਹੈ। ਹੇ ਅਜਿਤ ਸੂਰ ਸੰਗਰਾਮੰ ਅਤ ਬਲਣਾ ਬਹੁ ਮਰਦਨ ਹੈ। ਲਾਉਣ ਅੱਗੇ ਤਰਤੀਬ ਦੇ ਨਾਲ ਜਿਹੜੇ 5 ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੇ ਬਾਰੇ ਸਤਿਗੁਰੂ ਜ਼ਿਕਰ ਕਰਨ ਲੱਗੇ ਨੇ। ਸਭ ਤੋਂ ਪਹਿਲਾਂ ਮੋਹ ਤੋਂ ਸ਼ੁਰੂ ਕਰਦੇ ਨੇ। ਕਿਉਂ? ਮੋਹ ਨੂੰ ਆਸਰੀ ਸੰਪਦਾ ਦਾ ਜਰਨੈਲ ਮੰਨੇ, ਰਾਜਾ ਮੰਨੇ। ਇਸੇ ਲਈ ਪਹਿਲਾਂ ਮੋਹ ਤੋਂ ਉਪਦੇਸ਼ ਆਰੰਭ ਕਰਦੇ ਹਨ। ਇਹ ਅਜਿਤ ਸੂਰ ਸੰਗਰਾਮ, ਐ ਮੋਹ, ਤੂੰ ਸੰਗਰਾਮ ਜੰਗ ਦੇ ਅਖਾੜੇ ਦਾ ਅਜਿਤ ਨਾ ਜਿੱਤਿਆ ਜਾਣ ਵਾਲਾ ਸੂਰਮਾ ਹੈ। ਸਾਡਾ ਜੀਵਨ ਇੱਕ ਸੰਘਰਸ਼ ਹੈ। ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ ਇਹ ਸਾਨੂੰ ਢਾਉਂਦੇ ਨੇ ਤੇ ਸਾਥੋਂ ਜਿੱਤੇ ਨਹੀਂ ਜਾਂਦੇ। ਤੇ ਜਿਹੜਾ ਮੋਹ ਹੈ ਉਹ ਰਾਜਾ ਹੈ। ਤੇ ਉਸ ਮੋਹ ਦੇ ਬਾਰੇ ਕਹਿੰਦੇ ਨੇ, ਹੇ ਮੋਹ, ਤੂੰ ਇਸ ਜੀਵਨ ਸੰਘਰਸ਼ ਦੇ ਵਿੱਚ ਨਾ ਜਿੱਤਿਆ ਜਾਣ ਵਾਲਾ ਸੂਰਮਾ ਹੈ। ਅਤ ਬਲਣਾ, ਤੂੰ ਬਹੁਤ ਸ਼ਕਤੀਸ਼ਾਲੀ ਹੈ, ਬੜਾ ਜ਼ੋਰਾਵਰ ਹੈ, ਬੜਾ ਜ਼ਬਰਦਸਤ ਹੈ, ਤੇ ਬਹੁ ਮਰਦਨਾ ਹੈ, ਤੂੰ ਇਕੱਲਾ ਹੀ ਬਹੁਤਿਆਂ ਨੂੰ ਮਾਰ ਸੁੱਟਦਾ। ਭਾਵ ਤੇਰੇ ਵਿੱਚ ਏਡੀ ਵੱਡੀ ਸ਼ਕਤੀ ਹੈ ਤੇ ਮੋਹ ਦੇ ਕਾਰਨ ਤੂੰ ਸਾਰਿਆਂ ਨੂੰ ਵਸ ਕਰ ਲੈਣਾ ਹੈ। ਗਣ ਗੰਧਾਰਵ ਦੇਵ ਮਨੁੱਖਿਅੰ ਪਸ ਪੰਖੀ ਬਿਮੋਹਨ ਹੈ। ਜਿਹੜੇ ਗਣ ਨੇ, 9 ਗਣ ਮੰਨੇ ਨੇ, ਤੇ ਗੰਧਾਰਵ ਦੇਵਲੋਕ ਦੇ ਗਵਈਏ ਸੰਗੀਤਕਾਰ। ਗਣ ਗੰਧਰਵ ਦੇਵ ਮਨੁੱਖਿਅੰ, 33 ਕਰੋੜ ਦੇਵਤੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਪ੍ਰਮੁੱਖ, ਇੰਦਰ ਦੇਵਤਿਆਂ ਦਾ ਰਾਜਾ, ਬ੍ਰਹਸਪਤੀ ਦੇਵਤਿਆਂ ਦਾ ਗੁਰੂ, ਇਹ ਜਿੰਨੇ ਵੀ ਗਣ ਗੰਧਰਵ ਦੇਵਤੇ ਨੇ ਤੇ ਮਨੁੱਖ ਨੇ। ਪਸ ਪੰਖੀ ਬਿਮੋਹਨ ਹੈ, ਕੀ ਪਸ਼ੂ ਕੀ ਪੰਛੀ ਬਿਮੋਹਨ ਹੈ, ਵਿਸ਼ੇਸ਼ ਕਰਕੇ ਤੂੰ ਸਾਰਿਆਂ ਨੂੰ ਮੋਹਿਤ ਕਰਦਾ, ਸਭ ਨੂੰ ਪ੍ਰਭਾਵਿਤ ਕਰਦਾ। ਸਾਰੇ ਮੋਹ ਦੇ ਵਿੱਚ ਗ੍ਰਸਤ ਹੋ ਜਾਂਦੇ ਹਨ। ਹਰ ਕਰਨ ਹਾਰੰ ਨਮਸਕਾਰੰ
ਸਰਨ ਨਾਨਕ ਜਗਦੀਸ਼ਵਰ ਹੈ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਇਹ ਜਗਤ ਦੇ ਈਸ਼ਵਰ ਮਾਲਕ ਵਾਹਿਗੁਰੂ ਹਰ ਕਰਨ ਹਾਰਨ, ਇਸ ਮੋਹ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੀ ਹੈ। ਕੁਰਬਾਨ ਕੀਤਾ ਤਿਸਾ ਵਿਟਹੁ, ਜਿਨ ਮੋਹ ਮੀਠਾ ਲਾਇਆ। ਇਸ ਮੋਹ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੀ ਹੈ, ਤੇ ਤੈਨੂੰ ਨਮਸਕਾਰ ਹੈ। ਤੇ ਅਸੀਂ ਵਾਹਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਪਏ ਹਾਂ, ਤੁਸੀਂ ਕਿਰਪਾ ਕਰੋ, ਸਾਨੂੰ ਇਸ ਮੋਹ ਤੋਂ ਬਚਾ ਲਵੋ। ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਭਰਮਾਵਣ ਹੈ। ਹੁਣ ਦੂਸਰੇ ਨੰਬਰ ਤੇ ਕਾਮ ਦੀ ਗੱਲ ਕਰਦੇ ਨੇ। ਹੇ ਕਾਮ ਨਰਕ ਬਿਸਰਾਮੰ, ਤੂੰ ਇਸ ਮਨੁੱਖ ਨੂੰ ਨਰਕਾਂ ਦੇ ਵਿੱਚ ਵਿਸਰਾਮ ਦੇਣਾ। ਜਿਹੜਾ ਕਾਮੀ ਪੁਰਸ਼ ਹੈ ਉਹ ਨਰਕਾਂ ਦਾ ਅਧਿਕਾਰੀ ਹੁੰਦਾ। ਇੱਕ ਤਾਂ ਗੁਰਮਤਿ ਦਾ ਅਸੂਲ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੇ। ਨਾਲ ਇਹ ਵੀ ਰਹਿਤਨਾਮੇ ਵਿੱਚ ਬਚਨ ਆਉਂਦੇ ਨੇ ਕਿ ਗੁਰਸਿੱਖ ਨੂੰ ਆਪਣੀ ਇਸਤਰੀ ਸੋ ਰਤ ਹੋਈ, ਰਹਿਤਵਾਨ ਸਿੰਘ ਹੈ ਸੋਈ। ਆਪਣੀ ਧਰਮ ਪਤਨੀ ਨਾਲ ਪਿਆਰ ਕਰਨਾ ਚਾਹੀਦਾ ਹੈ, ਤੇ ਬਾਕੀ ਜਿਹੜੀਆਂ ਗੈਰ ਨੇ ਉਹਨਾਂ ਨੂੰ ਮਾਵਾਂ ਭੈਣਾਂ ਧੀਆਂ ਬਰਾਬਰ ਸਮਝੋ। ਪਰ ਜਦੋਂ ਅਸੀਂ ਇਹ ਅਸੂਲ ਮਰਜ਼ਾਦਾ ਨੂੰ ਛੱਡ ਦਿੰਦੇ ਹਾਂ, ਫਿਰ ਇਹ ਕਾਮ ਸਾਨੂੰ ਨਰਕਾਂ ਦੇ ਵਿੱਚ ਪਹੁੰਚਾ ਦਿੰਦਾ। ਇੱਥੇ ਬਸ ਨਹੀਂ, ਬਹੁਤ ਜੋਨੀ ਭਰਮਾਵਣਾ ਹੈ, ਫਿਰ ਬਹੁਤੀਆਂ ਜੂਨਾਂ ਦੇ ਵਿੱਚ ਸਾਨੂੰ ਭਰਮਾਉਂਦਾ ਹੈ। ਚਿਤ ਹਰਣੰ ਤ੍ਰੈ ਲੋਕ ਗਮਯੰ, ਜਪ ਤਪ ਸੀਲ ਬਿਦਾਰਣ ਹੈ। ਇਹ ਕਾਮ ਚਿਤ ਹਰਣੰ, ਤੂੰ ਮਨੁੱਖ ਦਾ ਚਿੱਤ ਚੁਰਾ ਲੈਣਾ। ਕਹਿੰਦੇ ਫਲਾਣੇ ਨੇ ਮੇਰਾ ਚਿੱਤ ਚੁਰਾ ਲਿਆ। ਚਿਤ ਹਰਣੰ, ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਹੇ ਕਾਮ ਤੂੰ ਚਿੱਤ ਨੂੰ ਚੁਰਾ ਲੈਣਾ। ਤ੍ਰੈ ਲੋਕ ਗਮਯੰ, ਤਿੰਨੇ ਲੋਕਾਂ ਵਿੱਚ ਤੇਰੀ ਗਮਤਾ ਹੈ। ਇਸ ਮਾਤ ਲੋਕ ਵਿੱਚ ਵੀ, ਤੇ ਪਤਾਲ ਲੋਕ ਵਿੱਚ ਵੀ, ਤੇ ਦੇਵ ਲੋਕ ਵਿੱਚ ਵੀ, ਤਿੰਨੇ ਲੋਕਾਂ ਵਿੱਚ ਤੇਰੀ ਗਮਤਾ ਹੈ। ਜਪ ਤਪ ਸੀਲ ਬਦਾਰਨ ਹੈ। ਤੇ ਜਿਹੜੇ ਬੜੇ ਬੜੇ ਰਿਸ਼ੀ ਮੁਨੀ ਮਹਾਤਮਾ ਲੋਕ ਨੇ, ਜੰਗਲਾਂ ਵਿੱਚ ਰਹਿ ਕੇ ਤਪੱਸਿਆ ਕਰਦੇ ਨੇ, ਤੇ ਉਹਨਾਂ 'ਤੇ ਜਾ ਕੇ ਐਸਾ ਤੂੰ ਪ੍ਰਭਾਵ ਪਾਉਣਾ, ਉਹਨਾਂ ਦਾ ਜਪ, ਉਹਨਾਂ ਦਾ ਤਪ ਤੇ ਉਹਨਾਂ ਦਾ ਸੀਲ ਜਿਹੜਾ ਸੁਭਾਵ ਹੈ, ਜਿਸ ਦੇ ਵੀ ਸੀਲ ਵਿੱਚ 32 ਗੁਣ ਮੰਨੇ ਨੇ, ਵਿਦਾਰਨ ਹੈ, ਉਹ ਤੂੰ ਬਰਬਾਦ ਕਰਕੇ ਰੱਖ ਦਿੰਦੇ। ਭਾਵ ਉਹਨਾਂ ਦਾ ਜਪ ਤਪ ਸੀਲ ਸੰਜਮ ਸਭ ਕੁਝ ਤਬਾਹ ਕਰ ਦੇਣਾ ਹੈ। ਅਲਪ ਸੁਖ ਅਵਿਤ ਚੰਚਲ, ਊਚ ਨੀਚ ਸਮਾਵਣ ਹੈ। ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਇਹ ਕੰਮ ਅਲਪ ਸੁਖ, ਤੇਰਾ ਸੁਖ ਤੇ ਬਹੁਤ ਥੋੜਾ ਹੈ, ਕੁਝ ਸਕਿੰਟਾਂ ਵਾਸਤੇ ਹੀ ਹੈ। ਤੇ ਅਵਿਤ, ਤੂੰ ਬੰਦੇ ਨੂੰ ਕੰਗਾਲ ਕਰ ਛੱਡਦੇ। ਜਿਸ ਆਦਮੀ ਨੂੰ ਇਹ ਭੈੜੀ ਆਦਤ ਪੈ ਜਾਂਦੀ ਹੈ, ਜਿਵੇਂ ਪਸ਼ੂ ਦਾ ਸੁਭਾਅ ਹੁੰਦਾ, ਆਪਣੀ ਖੁਰਲੀ ਵਿੱਚ ਪੱਠੇ ਪਏ ਵੀ ਹੋਣ ਪਰ ਦੂਜੇ ਪਾਸੇ ਮੂੰਹ ਮਾਰਨਾ। ਆਪਣੇ ਪਰਿਵਾਰ ਦੇ ਹੁੰਦਿਆਂ ਸੰਦਿਆਂ ਫਿਰ ਬਾਹਰ ਉਹ ਖੇ ਖਾਂਦੇ ਫਿਰਦੇ ਨੇ, ਉਲਾਮੇ ਲੈਂਦੇ ਨੇ, ਪਰਿਵਾਰ ਦੇ ਮਾਹੌਲ ਨੂੰ ਵਿਗਾੜਦੇ ਫਿਰਦੇ ਨੇ। ਇਹੋ ਜਿਹੇ ਲੋਕ ਵੀ ਹਨ ਸਮਾਜ ਦੇ ਵਿੱਚ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਤੇਰਾ ਸੁੱਖ ਤੇ ਬਹੁਤ ਥੋੜ੍ਹਾ। ਅਵਿਤ, ਤੂੰ ਮਨੁੱਖ ਨੂੰ ਕੰਗਾਲ ਕਰ ਛੱਡਦਾ। ਚੰਚਲ, ਤੇਰਾ ਸੁਭਾਅ ਬੜਾ ਚੰਚਲ ਹੈ। ਊਚ ਨੀਚ ਸਮਾਵਣਾ, ਕੋਈ ਜਾਤ ਕਰਕੇ ਉੱਚਾ ਹੋਵੇ ਚਾਹੇ ਨੀਵਾਂ ਹੋਵੇ, ਸਮਾਵਣਾ ਤੂੰ ਸਾਰਿਆਂ ਵਿੱਚ ਹੀ ਸਮਾਇਆ ਹੋਇਆ। ਕਈ ਉੱਚੀਆਂ ਜਾਤਾਂ ਦੇ ਲੋਕ ਨੀਵੀਆਂ ਜਾਤਾਂ ਦੇ ਨਾਲ ਆਸ਼ਕੀਆਂ ਕਰਦੇ ਫਿਰਦੇ ਨੇ, ਇਸ ਲਈ ਉੱਚੀਆਂ ਨੀਵੀਆਂ ਸਾਰਿਆਂ ਵਿੱਚ ਹੀ ਤੂੰ ਸਮਾ ਰਿਹਾ ਹੈ। ਤਬ ਭੈ ਬਿਮੁੰਚਤ ਸਾਧ ਸੰਗਮ, ਓਟ ਨਾਨਕ ਨਾਰਾਇਣ ਹੈ। ਇਹ ਕਾਮ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆ ਜਾਂਦੇ, ਓਟ ਨਾਨਕ ਨਾਰਾਇਣ ਹੈ। ਤੇ ਉਸ ਨਾਰਾਇਣ ਜਿਸ ਦਾ ਨਰਾਂ ਨਰਾਂ ਦੇ ਵਿੱਚ ਘਰ ਹੈ, ਐਸਾ ਜੋ ਅਕਾਲ ਪੁਰਖ ਹੈ, ਉਹਦੀ ਓਟ ਲੈ ਲੈਂਦੇ। ਤਾਂ ਭੈ ਬਿਮੁੰਚਤ, ਫਿਰ ਤੇਰਾ ਭੈ ਬਿਮੁੰਚਤ ਦਾ ਅਰਥ ਉਹ ਕੱਟਿਆ ਜਾਂਦਾ। ਜਦੋਂ ਕੋਈ ਮਨੁੱਖ ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦੀ ਓਟ ਲੈ ਲਵੇ, ਵਾਹਿਗੁਰੂ ਦੀ ਸ਼ਰਨ ਲੈ ਲਵੇ, ਤੇ ਫਿਰ ਇਹ ਕਾਮ ਤੇਰਾ ਭੈ, ਤੇਰਾ ਖੌਫ, ਤੇਰੀ ਦਹਿਸ਼ਤ ਨਾਸ ਹੋ ਜਾਂਦੀ ਹੈ। ਹੇ ਕਲ ਮੂਲ ਕ੍ਰੋਧੰ, ਕਦੰਚ ਕਰਣਾ ਨਾ ਉਪਰਜਤੇ। ਹੁਣ ਕ੍ਰੋਧ ਦੀ ਗੱਲ ਕਰਦੇ ਨੇ। ਹੇ ਕਲ ਮੂਲ ਕ੍ਰੋਧੰ, ਹੇ ਕਲਾ ਦੇ ਲੜਾਈ ਝਗੜੇ ਦੇ ਮੂਲ ਕ੍ਰੋਧ,
ਕਿਉਂਕਿ ਜਿੰਨੇ ਲੜਾਈ ਝਗੜੇ ਨੇ ਗੁੱਸੇ ਤੋਂ ਹੀ ਪੈਦਾ ਹੁੰਦੇ ਨੇ। ਇਹ ਕ੍ਰੋਧ ਤੂੰ ਕਲ੍ਹਾ ਦਾ ਮੂਲ ਹੈ, ਲੜਾਈ ਝਗੜਿਆਂ ਦਾ ਮੁੱਢ ਹੈ। ਜਦੋਂ ਤੂੰ ਕਿਸੇ ਤੇ ਹਾਵੀ ਹੁੰਨਾ, ਕਦੰਚ ਕਰਨਾ ਨਾ ਉਪਰਜ ਤੇ, ਕਦੰਚ ਤੋਂ ਭਾਵ ਹੈ ਕਦੇ ਵੀ ਉਹਦੇ ਅੰਦਰ ਕਰਨਾ ਤੋਂ ਭਾਵ ਹੈ ਕਿਰਪਾ, ਦਇਆ, ਤਰਸ ਦੀ ਭਾਵਨਾ ਨਹੀਂ ਪੈਦਾ ਹੋ ਸਕਦੀ। ਜਦੋਂ ਮਨ ਦੇ ਵਿੱਚ ਕ੍ਰੋਧ ਦੀ ਜਵਾਲਾ ਭਟਕਦੀ ਹੈ, ਉਸ ਵੇਲੇ ਇਹ ਹਾਲਤ ਹੋ ਜਾਂਦੀ ਹੈ, ਅੰਧ ਕਰੋ ਦ੍ਰਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਰੋ, ਅੰਨੇ ਕਰ ਦਿੰਦਾ, ਬੋਲੇ ਬਣਾ ਦਿੰਦਾ, ਮਾਇਆ ਤਾਰੀ ਅਤਨ ਨਾ ਬੋਲਾ। ਜਦੋਂ ਕ੍ਰੋਧ ਆਉਂਦਾ ਨਾ, ਕਹਿੰਦਾ ਹੋ ਜਾਓ ਪਾਸੇ, ਵੱਡੇ ਛੋਟੇ ਦੀ ਕੋਈ ਲਿਹਾਜ਼ ਨਹੀਂ ਕਰਦਾ, ਨਾ ਕਿਸੇ ਦੀ ਗੱਲ ਸੁਣਦਾ। ਇਹੋ ਜਿਹੀ ਹਾਲਤ ਹੋ ਜਾਂਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਕਲਾ ਦੇ ਮੂਲ ਕ੍ਰੋਧ, ਜਦੋਂ ਤੂੰ ਹਾਵੀ ਹੁੰਨਾ, ਫਿਰ ਭੋਰਾ ਵੀ ਮਨੁੱਖ ਦੇ ਮਨ ਦੇ ਵਿੱਚ ਦਇਆ ਤਰਸ ਦੀ ਭਾਵਨਾ ਪੈਦਾ ਨਹੀਂ ਹੋ ਸਕਦੀ। ਵਿਖਿਅੰਤ ਜੀਵੰ ਵਸਿਅੰ ਕਰੋਤ ਨਿਰਤਿਅੰ ਕਰੋਤ ਜਥਾ ਮਰਕਟ ਹੈ। ਵਿਖਿਅੰਤ ਜੀਵਨ, ਜਿਹੜੇ ਵਸ਼ਈ ਜੀਵ ਨੇ, ਵਸਿਅੰ ਕਰੋਤ, ਉਹਨਾਂ ਨੂੰ ਵਸ ਕਰ ਲੈਣਾ। ਤੇਰੇ ਵਸ ਹੋ ਕੇ, ਕ੍ਰੋਧ ਦੇ ਵਸ ਹੋ ਕੇ, ਨਿਰਤਿਅੰ ਕਰੋਤ, ਉਹ ਇਸ ਤਰ੍ਹਾਂ ਦੀ ਨਿਰਤ ਕਰਦੇ ਨੇ, ਜਥਾ ਮਰਕਟ ਹੈ, ਜਿਵੇਂ ਬਾਂਦਰ ਨੱਚਦਾ। ਜਦੋਂ ਆਦਮੀ ਗੁੱਸੇ ਦੇ ਵਿੱਚ ਭੜਕਿਆ ਹੁੰਦਾ ਨਾ, ਫਿਰ ਭੱਜ ਭੱਜ ਕੇ ਅਗਲੇ ਦੇ ਗਲ ਨੂੰ ਪੈਂਦਾ, ਬਿਨਾਂ ਮਤਲਬ ਤੋਂ ਲੜਾਈ ਪਾਲਦਾ, ਬਿਨਾਂ ਕਿਸੇ ਕਾਰਨ ਤੋਂ ਦੂਸਰੇ ਦੇ ਰਾਹ ਰੋਕਦਾ ਫਿਰਦਾ, ਕਈਆਂ ਤੇ ਦਹਿਸ਼ਤ ਪਾਉਣ ਵਾਸਤੇ ਦਬ ਕੇ ਮਾਰਦਾ ਤੇ ਗੋਲੀਆਂ ਵੀ ਚਲਾਉਂਦਾ। ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ। ਕ੍ਰੋਧ ਦੇ ਵਸ਼ ਆਦਮੀ ਭੈੜੇ ਕੰਮ ਕਰਦਾ। ਇਸੇ ਲਈ ਹਜੂਰ ਕਹਿੰਦੇ ਨੇ, ਮਨੁੱਖ ਵੀ ਕ੍ਰੋਧ ਦੇ ਵਸ਼ ਹੋ ਕੇ ਨਿਰਤਿਅੰ ਕਰੋਤ, ਇਸ ਤਰ੍ਹਾਂ ਦੀ ਨਿਰਤਕਾਰੀ ਕਰਦਾ ਜਿਵੇਂ ਬਾਂਦਰ ਨੱਚਦਾ ਹੁੰਦਾ, ਬਾਂਦਰ ਵਾਂਗੂ ਨੱਚਦਾ ਟੱਪਦਾ ਰਹਿੰਦਾ ਹੈ। ਅਨਕ ਸਾਸਨ ਤਾੜੰਤ ਜਮਦੂਤ ਹੈ, ਤਵ ਸੰਗੇ ਅਦਮੰਗ ਨਰਹਿ। ਇਹ ਕ੍ਰੋਧ ਤੇਰੀ ਸੰਗਤ ਕਰਕੇ ਮਨੁੱਖ ਅਦਮੰਗ ਦਾ ਅਰਥ ਹੈ ਬਹੁਤ ਨੀਚ ਬਣ ਜਾਂਦਾ, ਘਟੀਆ ਬਣ ਜਾਂਦਾ। ਤੇ ਫਿਰ ਇਸੇ ਕਾਰਨ ਜਦੋਂ ਕ੍ਰੋਧ ਦੇ ਵਸ਼ ਆਦਮੀ ਕੋਈ ਨਾ ਕੋਈ ਕਾਰਾ ਕਰ ਲੈਂਦਾ, ਕੋਈ ਉਪਦਰਵ ਕਰ ਲੈਂਦਾ, ਕਿਸੇ ਤੇ ਹਮਲਾ ਕਰ ਦਿੰਦਾ, ਜਾਂ ਕਿਸੇ ਨੂੰ ਜਾਨੋਂ ਮਾਰ ਮੁਕਾਉਂਦਾ, ਅਨਕ ਸਾਸਨ ਤਾੜੰਤ ਜਮਦੂਤ ਹੈ। ਫਿਰ ਇੱਥੇ ਵੀ ਪੁਲਿਸ ਦੀਆਂ ਸਜ਼ਾਵਾਂ ਸਹਾਰਦਾ, ਕਤਲ ਦੇ ਕੇਸ ਪੈ ਜਾਂਦੇ ਨੇ, ਤੇ ਅੱਗੇ ਜਾ ਕੇ ਜਮਦੂਤਾਂ ਦੀਆਂ ਤਾੜਨਾਵਾਂ ਨੂੰ ਵੀ, ਤੇ ਸਾਸਨ ਦਾ ਅਰਥ ਹੈ ਸਜ਼ਾਵਾਂ ਨੂੰ, ਸਹਾਰਦਾ ਰਹਿੰਦਾ। ਅਥਵਾ ਅਨਕ ਸਾਸਨ ਤਾੜੰਤ ਜਮਦੂਤ ਹੈ। ਅਨੇਕਾਂ ਤਰ੍ਹਾਂ ਦੇ ਸ਼ਾਸਨ ਤੋਂ ਭਾਵ ਹੁੰਦਾ ਵੀ ਆਰਡਰ। ਸ਼ਾਸਨ ਦਾ ਅਰਥ ਆਗਿਆ ਵੀ ਕੀਤਾ, ਵੀ ਉਹਦੇ ਉੱਤੇ ਇਹੀ ਹੁਕਮ ਹੁੰਦਾ, ਸਖਤੀ ਦੇ ਉਹਦੇ ਉੱਤੇ ਆਰਡਰ ਹੁੰਦੇ ਨੇ। ਤੇ ਜਿਹੜੇ ਜਮਦੂਤ ਨੇ, ਤੇ ਉਹਨਾਂ ਨੂੰ ਬੜੀ ਸ਼ਾਸਨ ਦਾ ਅਰਥ ਹੈ ਜਿਵੇਂ ਉਹਨਾਂ ਨੂੰ ਉੱਤੋਂ ਆਰਡਰ ਆਉਂਦੇ ਨੇ, ਤਾੜੰਤ, ਉਹਨੂੰ ਤਾੜਨਾ ਕਰਦੇ ਨੇ, ਕੁੱਟਦੇ ਮਾਰਦੇ ਨੇ, ਤੇ ਇਸ ਤਰ੍ਹਾਂ ਦੀ ਉਹਦੀ ਹਾਲਤ ਹੁੰਦੀ ਹੈ। ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ, ਸਰਬ ਜੀ ਰੱਖਿਆ ਕਰੋਤ। ਹੇ ਵਾਹਿਗੁਰੂ ਜੀ, ਤੁਸੀਂ ਦੀਨਾਂ ਦੇ ਜਿਹੜੇ ਆਜਿਜ਼ ਤੇ ਨਿਮਾਣੇ ਨੇ, ਉਹਨਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੋ। ਦਇਆ, ਦਇਆ ਦੇ ਘਰ, ਦਇਆ ਦੇ ਭੰਡਾਰ ਹੋ, ਪ੍ਰਭੂ ਸਮਰੱਥ ਹੋ। ਨਾਨਕ ਸਰਬ ਜੀ ਰੱਖਿਆ ਕਰੋਤ। ਗਰੀਬ ਨਿਵਾਜ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਹੀ ਸਾਰੇ ਜੀਵਾਂ ਦੀ ਇਸ ਕ੍ਰੋਧ ਤੋਂ ਤੇ ਬਾਕੀ ਸਾਰੇ ਵਿਕਾਰਾਂ ਤੋਂ ਰੱਖਿਆ ਕਰ ਸਕਦੇ ਹੋ, ਤੇ ਤੁਸੀਂ ਮਹਾਰਾਜ ਸਾਡੀ ਵੀ ਰੱਖਿਆ ਕਰੋ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ। ਹੁਣ ਲੋਭ ਦੀ ਗੱਲ ਕਰਦੇ ਨੇ। ਹੇ ਲੋਭ ਲੰਪਟ ਸੰਗ ਸਿਰ ਮੋਰ ਹੈ, ਵੀ ਜਿਹੜੇ ਆਪਣੇ ਆਪ ਨੂੰ ਸਿਰਮੌਰ ਸਮਝਦੇ ਨੇ, ਬੜੇ ਬੜੇ ਲੀਡਰ, ਬੜੇ ਬੜੇ ਪ੍ਰਧਾਨ, ਜਿਹੜੇ ਕੋਈ ਵੱਡੇ ਵੱਡੇ ਅਫਸਰ, ਵੱਡੇ ਵੱਡੇ ਮਿਨਿਸਟਰ। ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਜਿੰਨੇ ਸ਼੍ਰੋਮਣੀ ਨੇ ਤੂੰ ਉਹਨਾਂ ਦੇ ਸਾਰਿਆਂ ਦੇ ਗਲ ਦੇ ਨਾਲ ਚਿੰਬੜਿਆ ਹੋਇਆ। ਲੋਭ ਲਾਲਚ ਬਸ ਸਾਰੇ ਹੀ 2 ਨੰਬਰ ਦਾ ਕੰਮ ਕਰਦੇ ਨੇ। ਜਿਨ੍ਹਾਂ ਦੇ ਅੰਦਰ ਲੋਭ ਹੁੰਦਾ ਨਾ, ਉਹ ਆਦਮੀ ਬਲੈਕ ਕਰਦੇ ਨੇ, ਚੋਰ ਬਜ਼ਾਰੀ ਕਰਦੇ ਨੇ, ਕਾਲਾ ਧੰਦਾ ਕਰਦੇ ਨੇ। ਇਸੇ ਲਈ ਹਜੂਰ ਕਹਿੰਦੇ, ਹੇ ਲੋਭ, ਜਿੰਨੇ ਸਿਰਮੌਰ ਆਦਮੀ ਨੇ, ਵੱਡੇ ਵੱਡੇ ਅਫਸਰ ਮਿਨਿਸਟਰ ਨੇ, ਤੇ ਉਹਨਾਂ ਦੇ ਗਲ ਦੇ ਨਾਲ ਚਿੰਬੜਿਆ ਰਹਿਣਾ ਹੈ। ਅਥਵਾ ਇਹ ਲੋਭਾ ਲੰਪਟ ਸੰਗ ਸਿਰ ਮੋਰ ਹੈ। ਸਿਰ ਮੋਰਾ ਦਾ ਅਰਥ ਵੀ ਤੂੰ ਮੇਰੇ ਸਿਰ ਉੱਤੇ ਵੀ
ਤੇ ਮੇਰੇ ਗਲ ਨਾਲ ਚਿੰਬੜਿਆ ਰਹਿਣਾ ਹੈ। ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ। ਅੱਧੀ ਪੰਕਤੀ ਦਾ ਅਰਥ ਰਹਿ ਗਿਆ ਸੀ, ਅਨਕ ਲਹਿਰੀ ਕਲੋਲ ਤੇ। ਹੇ ਲੋਭ, ਜਦੋਂ ਤੇਰੀ ਲਹਿਰ ਉੱਠਦੀ ਹੈ, ਲੋਭ ਦੀ ਲਹਿਰ, ਲੋਭ ਲਹਿਰ ਅਤਿ ਨਿਜਰ ਬਾਜੈ ਕਾਇਆ ਡੂਬੈ ਕੇਸਵਾ, ਤੇ ਤੇਰੀਆਂ ਲੋਭ ਦੀਆਂ ਲਹਿਰਾਂ ਦੇ ਵਿੱਚ ਕਲੋਲ ਤੇ ਫਿਰ ਇਹ ਜਿਹੜੇ ਜੀਵ ਨੇ ਕਈ ਤਰ੍ਹਾਂ ਦੀਆਂ ਕਲੋਲਾਂ ਕਰਦੇ ਨੇ। ਜਿਵੇਂ ਕਈ ਜਿਹੜੇ ਤੈਰਾਕ ਨੇ ਸਮੁੰਦਰ ਦੀਆਂ ਲਹਿਰਾਂ ਵਿੱਚ, ਉਹ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਨੇ, ਇਸੇ ਤਰ੍ਹਾਂ ਲੋਭ ਦੇ ਵਸ਼ ਵੀ ਆਦਮੀ ਕਈ ਤਰ੍ਹਾਂ ਦੀਆਂ ਕਲੋਲਾਂ ਕਰਦਾ ਹੈ। ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ। ਲੋਭ ਦੇ ਵਸ਼ ਆਦਮੀ ਧਨ ਪ੍ਰਾਪਤੀ ਵਾਸਤੇ ਧਾਵੰਤ ਜੀਆ ਬਹੁ ਪ੍ਰਕਾਰੰ, ਬਹੁਤ ਤਰ੍ਹਾਂ ਦੇ ਨਾਲ ਦੌੜਦੇ ਫਿਰਦੇ ਨੇ। ਕੋਈ ਕਿੱਧਰ ਨੂੰ, ਕੋਈ ਕਿੱਧਰ ਨੂੰ, ਉਤ ਤਾਕੈ ਉਤ ਤੇ ਉਤ ਪੀਖੈ, ਆਵੈ ਲੋਭੀ ਫਿਰ। ਅਨਕ ਭਾਂਤ ਬਹੁ ਡੋਲ ਤੇ, ਅਨੇਕਾਂ ਤਰੀਕਿਆਂ ਦੇ ਨਾਲ ਆਦਮੀ ਡੋਲਦੇ ਫਿਰਦੇ ਨੇ। ਹੁਣ ਤੁਸੀਂ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਹਾਲਤ ਵੇਖ ਲਓ। ਉਹ ਬੱਸ ਅੱਡਿਆਂ ਦੇ ਨੇੜੇ ਖੜ੍ਹਦੇ ਨੇ ਬਈ ਕੋਈ ਸਾਨੂੰ ਕੰਮ 'ਤੇ ਲੈ ਜਾਵੇ। ਕਈ ਵਾਰੀ ਕੰਮ ਮਿਲ ਵੀ ਜਾਂਦਾ, ਕਈ ਵਾਰੀ ਮਿੰਨਤਾਂ ਕਰਦੇ ਨੇ ਵੀ ਕੋਈ ਸਾਨੂੰ ਵੀ ਲੈ ਜਾਓ। ਇਉਂ ਲੋਭ ਦੇ ਵਸ਼ ਆਦਮੀ ਮਾਇਆ ਦੀ ਖਾਤਰ ਇਹ ਮਨੁੱਖ ਕਈ ਤਰ੍ਹਾਂ ਦੇ ਨਾਲ ਧਾਵੇ ਕਰਦਾ ਤੇ ਅਨੇਕਾਂ ਤਰੀਕਿਆਂ ਦੇ ਨਾਲ ਇੱਧਰ ਉੱਧਰ ਡੋਲਦਾ ਫਿਰਦਾ, ਭਟਕਦਾ ਫਿਰਦਾ ਹੈ। ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਇਹ ਲੋਭ, ਨਾ ਤੈਨੂੰ ਮਿੱਤਰਾਂ ਦੀ ਸ਼ਰਮ ਹੈ, ਨਾ ਜਿਹੜੇ ਇਸ਼ਟ ਪੂਜਣ ਯੋਗ ਜਿਹੜੇ ਸਾਡੇ ਬਜ਼ੁਰਗ ਨੇ, ਸੰਤ ਮਹਾਂਪੁਰਖ ਨੇ, ਉਹਨਾਂ ਦੀ ਪਰਵਾਹ ਹੈ। ਲੋਭ ਲਾਲਚ ਦੇ ਵਸ ਆਦਮੀ ਆਪਣੇ ਪਿਛੋਕੜ ਨੂੰ ਵੀ ਭੁੱਲ ਜਾਂਦਾ ਹੈ ਵੀ ਸਾਡੇ ਵੱਡੇ ਵਡੇਰੇ ਕਿਹੋ ਜਿਹੇ ਸਨ। ਬਸ ਮਾੜੀ ਸੰਗਤ ਕਰਕੇ, ਮਾੜੀ ਸੋਚ ਦਾ ਸ਼ਿਕਾਰ ਹੋ ਕੇ ਤੇ ਫਿਰ ਉਹ ਭੈੜੇ ਕੰਮ ਕਰਦਾ ਹੈ। ਨਾ ਮਿੱਤਰਾਂ ਦੀ ਪਰਵਾਹ, ਨਾ ਇਸ਼ਟ ਜਿਹੜੇ ਸਾਡੇ ਪੂਰਵਜ ਨੇ ਮਹਾਂਪੁਰਖ ਉਹਨਾਂ ਦੇ ਵੱਲ ਦੇਖਦਾ ਹੈ, ਨਚ ਬਾਂਧਵ, ਨਾ ਜਿਹੜੇ ਸਾਡੇ ਸੰਬੰਧੀ ਨੇ ਸਾਖ ਸੰਬੰਧੀ ਉਹਨਾਂ ਦੀ ਗੱਲ ਸੁਣਦਾ ਹੈ। ਨਚ ਮਾਤ ਪਿਤਾ ਤਵ ਲੱਜਿਆ, ਨਾ ਹੀ ਤੈਨੂੰ ਮਾਤਾ ਪਿਤਾ ਦੀ ਕੋਈ ਸ਼ਰਮ ਹਜਾ ਰਹਿੰਦੀ ਹੈ। ਜਦੋਂ ਆਦਮੀ ਲੋਭ ਦੇ ਵਸ਼ ਹੁੰਦਾ ਹੈ, ਵੱਡੇ ਛੋਟੇ ਦਾ ਵੀ, ਆਪਣੇ ਪਰਾਏ ਦਾ ਵੀ ਖਿਆਲ ਭੁੱਲ ਜਾਂਦਾ ਹੈ। ਅਕਰਣੰ ਕਰੋਤ ਅਖਾਦ ਖਾਦਿਅੰ ਅਸਾਜਿਅੰ ਸਾਜ ਸਮਝਿਆ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਨੇ, ਲੋਭ ਦੇ ਵਸ਼ ਆਦਮੀ ਸਮਝਿਆ ਸਮਾਜ ਦੇ ਵਿੱਚ, ਆ ਸਾਡੇ ਸਮਾਜ ਦੇ ਵਿੱਚ ਅਕਰਣੰ ਕਰੋ, ਜਿਹੜੇ ਕੰਮ ਨਹੀਂ ਕਰਨ ਵਾਲੇ ਉਹ ਵੀ ਕਰਦਾ। ਅਖਾਦ ਖਾਦਨ, ਜਿਹੜੀਆਂ ਚੀਜ਼ਾਂ ਨਹੀਂ ਖਾਣ ਯੋਗ, ਜਿਵੇਂ ਸਤਿਗੁਰੂ ਨੇ ਫਰਮਾਇਆ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚਲਾ ਵਿਕਾਰ। ਸ਼ਰਾਬ ਕਬਾਬ ਸਭ ਕੁਝ ਖਾਣਾ ਸ਼ੁਰੂ ਕਰ ਦਿੰਦੇ। ਆ ਸਾਜਿੰਗ ਸਾਜ ਸਮਝਿਆ, ਤੇ ਜਿਹੜੇ ਨਹੀਂ ਸਾਜ ਸਜਾਉਣੇ ਤੇ ਉਹਨਾਂ ਨੂੰ ਸਜਾਉਣ ਲੱਗ ਜਾਂਦੇ। ਤੇ ਜਿਵੇਂ ਆਮ ਤੌਰ 'ਤੇ ਆਦਮੀ ਮਾਇਆ ਦੀ ਖਾਤਰ ਕਹਿੰਦੇ ਘੱਗਰੀਆਂ ਪਾ ਕੇ ਵੀ ਨੱਚਣ ਨੂੰ ਤਿਆਰ ਹੋ ਜਾਂਦਾ। ਆ ਵਿਆਹ ਸ਼ਾਦੀਆਂ 'ਤੇ ਜਿਹੜੇ ਗਾਉਣ ਵਜਾਉਣ ਵਾਲੇ ਸੱਦੇ ਜਾਂਦੇ ਨੇ, ਉਹ ਮਾਇਆ ਦੀ ਖਾਤਰੀ ਉਹ ਸਾਰਾ ਕੁਝ ਕਰਦੇ ਨੇ ਨਾ। ਜਿਹੜੇ ਨਾ ਕੰਮ ਕਰਨ ਵਾਲੇ ਉਹ ਕੰਮ ਕਰਦੇ ਨੇ, ਨਾ ਖਾਣ ਯੋਗ ਪਦਾਰਥਾਂ ਨੂੰ ਖਾਂਦੇ ਨੇ। ਕਹਿੰਦੇ ਜੀ ਇਹ ਸਾਡੀ ਵੀ ਸੁਸਾਇਟੀ ਹੈ, ਸਾਨੂੰ ਉਹਦੇ ਵਿੱਚ ਜਾ ਕੇ ਖਾਣਾ ਪੀਣਾ ਪੈ ਜਾਂਦਾ। ਤੇ ਜਿਹੜੇ ਕੰਮ ਨਹੀਂ ਕਰਨ ਯੋਗ ਤੇ ਉਹ ਕਰਦੇ ਨੇ। ਸਿੱਖੀ ਬਾਣਾ ਲਾ ਕੇ, ਕਕਾਰ ਛੱਡ ਕੇ, ਤੇ ਫਿਰ ਉਹ ਜਿਹੜੇ ਭੜਕੀਲੇ ਲਿਬਾਸ ਪਾਉਂਦੇ ਨੇ, ਇਸ ਤਰ੍ਹਾਂ ਦੇ ਉਹ ਭੈੜੇ ਕਾਰੇ ਕਰਦੇ ਹਨ। ਤਰਾਹੇ ਤਰਾਹੇ ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਵਿਗਿਆਪਤ ਨਾਨਕ ਹਰ ਨਰ ਹਰ ਹੈ। ਇਹ ਨਰਾਂ ਨੂੰ ਹਰੇ ਪਰੇ ਕਰਨ ਵਾਲੇ ਵਾਹਿਗੁਰੂ ਜੀ, ਵਿਗਿਆਪਤ ਅਸੀਂ ਤੇਰੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ। ਤਰਾਹੇ ਤਰਾਹੇ ਸਰਨ ਸੁਆਮੀ, ਅਸੀਂ ਸੁਆਮੀ ਜੀ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ। ਤਰਾਹੇ ਤਰਾਹੇ ਸਾਨੂੰ ਰੱਖ ਲਓ, ਸਾਨੂੰ ਰੱਖ ਲਓ, ਸਾਨੂੰ ਬਚਾ ਲਵੋ, ਸਾਨੂੰ ਰੱਖ ਲਵੋ, ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਾਂ। ਏ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਹੁਣ ਪੰਜਵੇਂ ਵਿਕਾਰ ਹੰਕਾਰ ਦੀ ਗੱਲ ਕਰਦੇ ਨੇ। ਹੇ ਪਾਪ ਆਤਮਾ ਹੰਕਾਰ, ਹੇ ਜਨਮ ਮਰਨ ਮੂਲੰ, ਤੇ ਤੂੰ ਹੀ ਜਨਮ ਮਰਨ ਦਾ ਮੂਲ ਕਾਰਨ ਹੈ।
ਅਸੀਂ ਹੰਕਾਰ ਦੇ ਵਿੱਚ ਜੋ ਵੀ ਕੰਮ ਕਰਦੇ ਹਾਂ ਉਹਦੇ ਕਾਰਨ ਜਨਮ ਤੇ ਮਰਨ ਸਾਡੇ ਪੱਲੇ ਪੈ ਜਾਂਦਾ। ਹੇ ਪਾਪ ਆਤਮਾ, ਹੰਕਾਰ ਤੂੰ ਹੀ ਜਨਮ ਮਰਨ ਦਾ ਮੂਲ ਕਾਰਨ ਹੈ। ਹੰਕਾਰ ਕਰਕੇ ਆਦਮੀ ਜੰਮਣ ਤੇ ਮਰਨ ਦਾ ਦੁੱਖ ਸਹਾਰਦਾ ਹੈ। ਮਿੱਤਰੰ ਤਜੰਤ ਸਤਰੰ ਦ੍ਰਿੜੰਤ ਆਨਕ ਮਾਇਆ ਬਸਤੀਰਨ ਹੈ। ਲੋ ਜਦੋਂ ਮਨੁੱਖ ਦੇ ਕੋਲੇ ਬਹੁਤੀ ਮਾਇਆ ਆ ਜਾਂਦੀ ਹੈ ਨਾ ਤੇ ਫਿਰ ਉਹਦਾ ਹੰਕਾਰ ਵੀ ਹੋ ਜਾਂਦਾ। ਤੇ ਹੰਕਾਰ ਦੇ ਵਿੱਚ ਆਦਮੀ ਕਿਹੜੀਆਂ ਗਲਤੀਆਂ ਕਰਦਾ? ਮਿੱਤਰੰ ਤਜੰਤ, ਆਪਣੇ ਮਿੱਤਰਾਂ ਨੂੰ ਛੱਡ ਦਿੰਦਾ। ਕਹਿੰਦਾ ਹੁਣ ਮੈਂ ਇਹਨਾਂ ਤੋਂ ਕੀ ਲੈਣਾ। ਸਤਰੰਗ ਦ੍ਰਿੜੰਤ, ਤੇ ਦੁਸ਼ਮਣ ਪੱਕੇ ਕਰ ਲੈਂਦਾ। ਮਿੱਤਰਾਂ ਨੂੰ ਛੱਡ ਦਿੰਦਾ ਹੈ ਤੇ ਫਿਰ ਉਹਨਾਂ ਨੂੰ ਦੁਸ਼ਮਣਾਂ ਦੀ ਕਤਾਰ ਵਿੱਚ ਖੜੇ ਕਰ ਦਿੰਦਾ। ਹੰਕਾਰ ਅਨਕ ਮਾਇਆ ਵਿਸਤੀਰਨ, ਤੇ ਜਿਹੜਾ ਹੰਕਾਰੀ ਮਨੁੱਖ ਹੈ ਅਨੇਕਾਂ ਤਰ੍ਹਾਂ ਦਾ ਮਾਇਆ ਦਾ ਪਸਾਰਾ ਕਰਦਾ। ਜਦੋਂ ਮਨੁੱਖ ਦੇ ਕੋਲ ਮਾਇਆ ਆਉਂਦੀ ਹੈ ਤੇ ਫਿਰ ਹੰਕਾਰ ਵੱਧਦਾ ਹੈ ਤੇ ਹੰਕਾਰ ਦੇ ਨਾਲ ਮਿੱਤਰਾਂ ਨੂੰ ਛੱਡ ਦਿੰਦਾ ਹੈ, ਦੁਸ਼ਮਣਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੰਦਾ ਹੈ ਤੇ ਅਨੇਕਾਂ ਤਰ੍ਹਾਂ ਦੇ ਮਾਇਆ ਦੇ ਠਾਠ ਬਾਠ ਖਿਲਾਰੇ ਖਿਲਾਰਦਾ ਹੈ। ਆਵੰਤ ਜਾਵੰਤ ਥਾਕੰਤ ਜੀਆ ਦੁੱਖ ਸੁਖ ਬਹੁ ਭੋਗਣ ਹੈ। ਹੰਕਾਰ ਦੇ ਵਿੱਚ ਆਦਮੀ ਕਦੀ ਆਉਂਦਾ ਹੈ ਕਦੀ ਜਾਂਦਾ ਹੈ ਤੇ ਥੱਕ ਜਾਂਦਾ। ਹੰਕਾਰੀ ਮਨੁੱਖ ਜਿਸ ਦਾ ਹੁਣ ਵੱਡੇ ਵੱਡੇ ਮਿਨਿਸਟਰਾਂ ਦੇ ਨਾਲ ਵਾਹ ਪੈ ਜਾਂਦਾ ਹੈ, ਕਿਉਂਕਿ ਮਾਇਆ ਧਾਰੀਆਂ ਦਾ ਤੇ ਜਿਹੜੇ ਮੌਕੇ ਦੇ ਕੋਈ ਹਾਕਮ ਹੁੰਦੇ ਨੇ, ਵਜ਼ੀਰ ਹੁੰਦੇ ਨੇ, ਉਹਨਾਂ ਦੇ ਨਾਲ ਉਹ ਦੋਸਤੀਆਂ ਪਾ ਲੈਂਦੇ ਨੇ, ਯਾਰੀਆਂ ਪਾ ਲੈਂਦੇ ਨੇ। ਫਿਰ ਜੀ ਅੱਜ ਸਾਡੀ ਉੱਥੇ ਮੀਟਿੰਗ ਹੈ, ਅੱਜ ਅਸੀਂ ਚੰਡੀਗੜ੍ਹ ਜਾਣਾ, ਅੱਜ ਦਿੱਲੀ ਜਾਣਾ, ਅੱਜ ਫਲਾਨੀ ਥਾਂ 'ਤੇ ਜਾਣਾ। ਬਸ ਆਉਂਦਿਆਂ ਜਾਂਦਿਆਂ ਸਫ਼ਰ ਕਰਦਿਆਂ ਥੱਕ ਜਾਂਦੇ ਨੇ। ਦੁੱਖ ਸੁੱਖ ਬਹੁਤ ਭੋਗਣਾ ਤੇ ਬੜੇ ਦੁੱਖ ਸੁੱਖ ਭੋਗਦੇ ਨੇ। ਭਾਵ ਹੰਕਾਰ ਦੇ ਕਾਰਨ ਉਹ ਆਪਣੇ ਜੀਵਨ ਦੇ ਵਿੱਚ ਦੁੱਖ ਵੀ ਤੇ ਕਦੇ ਸੁੱਖ ਵੀ। ਸੁੱਖ ਉਦੋਂ ਜਦੋਂ ਉਹਨਾਂ ਨੂੰ ਸਰੋਪਾਓ ਮਿਲਦੇ ਨੇ, ਸਨਮਾਨਿਤ ਕੀਤਾ ਜਾਂਦਾ। ਦੁੱਖ ਉਦੋਂ ਜਦੋਂ ਕੋਈ ਕਾਲੀਆਂ ਝੰਡੀਆਂ ਵਿਖਾਉਂਦੇ ਨੇ, ਮੁਰਦਾਬਾਦ ਦੇ ਨਾਅਰੇ ਲਾਉਣ ਲੱਗ ਜਾਂਦੇ ਨੇ, ਵਿਰੋਧ ਕਰਦੇ ਨੇ, ਫਿਰ ਦੁੱਖ ਤੇ ਸੁੱਖ ਭੋਗਦੇ ਹਨ। ਭ੍ਰਮ ਭਿਆਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਹੰਕਾਰ ਹੈ ਮਹਾ ਬਿਕਟ, ਇਹ ਨਾ ਕੱਟਿਆ ਜਾਣ ਵਾਲਾ ਅਸਾਧ ਰੋਗ ਹੈ। ਸਭ ਤੋਂ ਔਖਾ ਹੰਕਾਰ ਨੂੰ ਜਿੱਤਣਾ ਹੈ। ਜਿਹੜੇ ਪਹਿਲੇ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ, ਇਹਨਾਂ ਨੂੰ ਵੀ ਹੈ ਤੇ ਜਿੱਤਣਾ ਔਖਾ। ਪਰ ਕਈ ਜਿਹੜੇ ਰਿਸ਼ੀ ਮੁਨੀ ਸਾਧੂ ਲੋਕ ਨੇ ਉਹ ਇਹਨਾਂ ਚਾਰ ਵਿਕਾਰਾਂ ਨੂੰ ਤੇ ਸੌਖਾ ਜਿੱਤ ਲੈਂਦੇ ਨੇ, ਪਰ ਹੰਕਾਰ ਨੂੰ ਜਿੱਤਣਾ ਉਹਨਾਂ ਦੇ ਲਈ ਵੀ ਨਾਮੁਮਕਿਨ ਹੋ ਜਾਂਦਾ। ਤੁਸੀਂ ਇਸ ਗੱਲ ਨੂੰ ਵੀ ਨੋਟ ਕੀਤਾ ਹੋਵੇਗਾ, ਜਿਹੜੇ ਚੰਗੇ ਚੰਗੇ ਕਮਾਈ ਵਾਲੇ ਬੰਦਗੀ ਵਾਲੇ ਸਾਧੂ ਨੇ ਉਹਨਾਂ ਵਿੱਚ ਵੀ ਈਰਖਾ ਤੇ ਹੰਕਾਰ ਤੁਹਾਨੂੰ ਦਿਖਾਈ ਦੇਵੇਗਾ। ਹਰ ਜਿਉ ਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ। ਇਸੇ ਲਈ ਹੰਕਾਰ ਨੂੰ ਜਿੱਤਣਾ ਬਹੁਤ ਔਖਾ ਹੈ। ਭਗਤ ਕਬੀਰ ਜੀ ਨੇ ਇਸੇ ਲਈ ਆਖਿਆ ਹੈ, ਕਬੀਰ ਮਾਇਆ ਤਜਿਉ ਤੋ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਬੜੇ ਬੜੇ ਰਿਸ਼ੀ ਮੁਨੀ ਵੀ ਹੰਕਾਰ ਦਾ ਸ਼ਿਕਾਰ ਹੋ ਜਾਂਦੇ ਨੇ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਜਿਹੜਾ ਹੰਕਾਰ ਹੈ ਨਾ ਕੱਟਿਆ ਜਾਣਾ ਵਾਲਾ ਅਸਾਧ ਰੋਗ ਹੈ। ਭ੍ਰਮ ਭਿਆਨ ਉਦਿਆਨ ਰਮਣ, ਇਸ ਹੰਕਾਰ ਦੇ ਕਾਰਨ ਆਦਮੀ ਭਰਮ ਦੇ ਵਿੱਚ ਪਿਆ ਹੋਇਆ, ਬੜੀ ਭਿਆਨਕ ਉਜਾੜ ਦੇ ਵਿੱਚ, ਰਮਣੰ ਦਾ ਅਰਥ ਵਿਚਰਦਾ ਰਹਿੰਦਾ। ਭਾਵ ਜਿਵੇਂ ਕੋਈ ਆਦਮੀ ਇਕੱਲਾ ਹੀ ਜੰਗਲ ਦੇ ਵਿੱਚ ਭਟਕ ਰਿਹਾ ਹੋਵੇ ਨਾ, ਤੇ ਹੰਕਾਰ ਦੇ ਵਿੱਚ ਵੀ ਆਦਮੀ ਇਕੱਲਾ ਹੀ ਰਹਿ ਜਾਂਦਾ, ਉਹਦੇ ਨਾਲ ਨਹੀਂ ਕੋਈ ਤੁਰਦਾ। ਕਹਿੰਦੇ ਹੰਕਾਰੀ ਦੇ ਨਾਲ ਅਸੀਂ ਕਿਉਂ ਤੁਰੀਏ, ਅਸੀਂ ਕਿਉਂ ਜਾਈਏ। ਉਹ ਜਿਵੇਂ ਜੰਗਲ ਦੇ ਵਿੱਚ ਕੋਈ ਪਾਗਲ ਆਦਮੀ ਤੁਰਿਆ ਫਿਰਦਾ, ਹੰਕਾਰੀ ਮਨੁੱਖ ਵੀ ਸਮਾਜ ਦੇ ਵਿੱਚ ਇਸੇ ਤਰ੍ਹਾਂ ਭਟਕਦਾ ਫਿਰਦਾ ਹੈ, ਕਿਉਂਕਿ ਉਹਨੂੰ ਅਸਾਧ ਰੋਗ ਹੰਕਾਰ ਦਾ ਚਿੰਬੜਿਆ ਹੁੰਦਾ ਹੈ। ਵੈਦਿਅੰ ਪਾਰ ਬ੍ਰਹਮ ਪਰਮੇਸ਼ਰ ਅਰਾਧ ਨਾਨਕ ਹਰ ਹਰ ਹਰੇ। ਫਿਰ ਇਸ ਹੰਕਾਰ ਦੇ ਰੋਗ ਦਾ ਕੋਈ ਮਾਹਰ ਡਾਕਟਰ ਵੀ ਹੈ ਜਿਹੜਾ ਇਸ ਨੂੰ ਨਾਸ਼ ਕਰ ਦੇਵੇ। ਹਜ਼ੂਰ ਕਹਿੰਦੇ ਹਾਂ, ਵੈਦਿਅੰ ਪਾਰ ਬ੍ਰਹਮ ਪਰਮੇਸ਼ਰ, ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਹੀ ਵੈਦ ਹੈ, ਉਹੀ ਡਾਕਟਰ ਹੈ ਕਿ ਜਿਹੜਾ ਹੰਕਾਰ ਦਾ ਅਸਾਧ ਰੋਗ ਇਸ ਨੂੰ ਕੱਟਣ ਵਾਲਾ। ਤੇ ਉਹਦੇ ਕੋਲ ਦਵਾਈ ਕਿਹੜੀ ਹੈ? ਅਰਾਧ ਨਾਨਕ ਹਰ ਹਰ ਹਰੇ।
ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਦਵਾਈ ਹੈ। ਅਤੇ ਜਿਸ ਨੂੰ ਵੈਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹ ਨਾਮ ਦੀ ਦਾਰੂ ਦੇ ਦਿੰਦਾ ਹੈ, ਫਿਰ ਉਹਦਾ ਹੰਕਾਰ ਦਾ ਰੋਗ ਕੱਟਿਆ ਜਾਂਦਾ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ, ਨਾਮ ਸਾਡੇ ਹੰਕਾਰ ਨੂੰ ਦੂਰ ਕਰਦਾ। ਇਸੇ ਲਈ ਸਤਿਗੁਰੂ ਵੈਦ ਨੇ ਮੇਰਾ ਵੈਦ ਗੁਰੂ ਗੋਬਿੰਦਾ, ਕਿਉਂਕਿ ਸਾਡੇ ਸਤਿਗੁਰੂ ਵੀ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹੀ ਨੇ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਅਤੇ ਉਹ ਸਾਨੂੰ ਨਾਮ ਦਾ ਦਾਰੂ ਬਖਸ਼ਿਸ਼ ਕਰਦੇ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮ ਕੀ ਫੰਦਾ। ਇਸ ਢੰਗ ਦੇ ਨਾਲ ਹੰਕਾਰ ਨੂੰ ਨਾਸ਼ ਕਰ ਦਿੰਦੇ ਹਨ। ਹੇ ਪ੍ਰਾਨ ਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੂ। ਗਰੀਬ ਨਿਵਾਜ ਸਤਿਗੁਰੂ ਜੀ ਹੁਣ ਸਤੋਤਰ ਕਰਦੇ ਨੇ ਵਾਹਿਗੁਰੂ ਦੀ ਮਹਿਮਾ। ਹੇ ਪ੍ਰਾਨ ਨਾਥ ਗੋਬਿੰਦ ਹੈ, ਹੇ ਵਾਹਿਗੁਰੂ ਤੁਸੀਂ ਪ੍ਰਾਣਾਂ ਦੇ ਨਾਥ ਮਾਲਕ ਹੋ, ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਹੋ, ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਹੋ, ਅਤੇ ਜਗਤ ਗੁਰੂ ਸਾਰੇ ਸੰਸਾਰ ਦੇ ਗੁਰੂ ਪੂਜਨ ਯੋਗ ਹੋ। ਹੇ ਸੰਸਾਰ ਤਾਪ ਹਰਨ ਹੈ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਵਾਹਿਗੁਰੂ ਜੀ ਤੁਸੀਂ ਸਾਰੇ ਸੰਸਾਰ ਦੇ ਆਦਿ ਵਿਆਧੀ ਉਪਾਧੀ ਤਾਪਾਂ ਨੂੰ ਹਰਨ ਨਾਸ਼ ਕਰਨ ਵਾਲੇ ਹੋ। ਕਰੁਣਾ ਮੈਂ ਕਿਰਪਾਲੂ ਸਰੂਪ ਹੋ, ਸਭ ਦੁੱਖ ਹਰੋ, ਤੇ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੋ। ਹੇ ਸਰਨ ਜੋਗ ਦਇਆਲ ਹੈ, ਦੀਨਾ ਨਾਥ ਮਇਆ ਕਰੋ। ਹੇ ਵਾਹਿਗੁਰੂ ਜੀ ਤੁਸੀਂ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਸਤੇ ਯੋਗ ਸਮਰੱਥ ਹੋ, ਦਇਆਲ ਹੈ, ਦਇਆ ਦੇ ਭੰਡਾਰ ਹੋ, ਦੀਨਾਂ ਦੇ ਨਾਥ ਸੁਆਮੀ ਮਾਲਕ ਹੋ। ਮਇਆ ਕਰੋ ਤੁਸੀਂ ਮਹਾਰਾਜ ਸਾਡੇ 'ਤੇ ਵੀ ਮਿਹਰ ਕਰੋ, ਅਤੇ ਸਾਰੇ ਸੰਸਾਰ 'ਤੇ ਵੀ ਮਿਹਰ ਕਰੋ। ਸਰੀਰ ਸਵਾਸਥ ਖੀਣ ਸਮਏ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਕੀ ਚਾਹੁੰਦੇ ਹੋ, ਤੁਹਾਡੀ ਇੱਛਾ ਕੀ ਹੈ? ਸਰੀਰ ਸਵਸਥ, ਜਦੋਂ ਸਾਡਾ ਸਰੀਰ ਤੰਦਰੁਸਤ ਹੋਵੇ। ਸਵਸਥ ਕਹਿੰਦੇ ਨੇ ਤੰਦਰੁਸਤ ਨੂੰ। ਜਦੋਂ ਸਾਡਾ ਸਰੀਰ ਤੰਦਰੁਸਤ ਹੋਵੇ ਅਤੇ ਖੀਣ ਸਮੇਂ ਜਦੋਂ ਬਿਮਾਰੀ ਦੇ ਕਾਰਨ ਪੀੜਤ ਹੋ ਜਾਵੇ, ਆਂਦਾ ਸਮਾਂ ਵੀ ਆ ਪੁੱਜੇ, ਸਿਮਰੰਤ ਨਾਨਕ ਉਸ ਵੇਲੇ ਵੀ ਅਸੀਂ ਤੈਨੂੰ ਯਾਦ ਕਰੀਏ। ਕਿਵੇਂ ਯਾਦ ਕਰੀਏ? ਨਾਨਕ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵ ਹੈ। ਰਾਮ ਸ਼ਬਦ ਦੁਆਰਾ, ਦਾਮੋਦਰ ਸ਼ਬਦ ਦੁਆਰਾ ਅਤੇ ਮਾਧਵ ਹੈ, ਇਹ ਪਰਮੇਸ਼ਰ ਦੇ ਸਾਰੇ ਨਾਮ ਨੇ। ਰਾਮ ਜੋ ਸਰਵ ਵਿਆਪਕ ਰਮਿਆ ਹੋਇਆ, ਅਤੇ ਦਾਮੋਦਰ ਜਿਸ ਨੇ ਮਾਇਆ ਰੂਪੀ ਰੱਸੀ ਨੂੰ ਸੰਕਲਪ ਰੂਪ ਪੇਟ ਦੇ ਆਲੇ ਦੁਆਲੇ ਵਲ ਕੇ ਰੱਖਿਆ ਹੋਇਆ, ਭਾਵ ਮਾਇਆ ਸ਼ਕਤੀ ਜੀ ਦੇ ਅਧੀਨ ਰੱਖੀ ਹੋਈ ਹੈ, ਉਹ ਹੈ ਦਾਮੋਦਰ। ਮਾਧਵ ਦਾ ਅਰਥ ਮਾਇਆ ਦਾ ਪਤੀ, ਅਕਾਲ ਪੁਰਖ ਹੈ। ਅਤੇ ਇਹਨਾਂ ਨਾਮਾਂ ਦੁਆਰਾ ਹੇ ਵਾਹਿਗੁਰੂ ਜੀ ਅਸੀਂ ਚਾਹੇ ਸਰੀਰ ਸਵਸਥ ਹੋਵੇ ਅਤੇ ਚਾਹੇ ਬਿਮਾਰੀ ਦੀ ਹਾਲਤ ਵਿੱਚ ਹੋਵੇ, ਚਾਹੇ ਅੰਨ ਦਾ ਸਮਾਂ ਵੀ ਕਿਉਂ ਨਾ ਆ ਜਾਵੇ, ਅਤੇ ਹਰ ਵੇਲੇ ਤੈਨੂੰ ਯਾਦ ਕਰਦੇ ਰਹੀਏ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਬਾਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾਂਕੇ ਹਿਰਦੈ ਵਸੈ। ਜਿਹਨੂੰ ਅੰਤ ਸਮੇਂ ਵਾਹਿਗੁਰੂ ਚੇਤੇ ਆਉਂਦਾ ਹੈ, ਫਿਰ ਉਹ ਵਾਹਿਗੁਰੂ ਦੇ ਪਾਸ ਹੀ ਪਹੁੰਚ ਜਾਂਦਾ ਹੈ। ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ ਹੈ। ਲੋ ਕਰੀਬਨ ਵਾਜ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਸਾਨੂੰ ਆਹ ਕੰਮ ਕਰਨੇ ਚਾਹੀਦੇ ਨੇ। ਚਰਨ ਕਮਲ ਸਰਨ, ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਪਏ ਰਹਿਣਾ ਚਾਹੀਦਾ। ਰਮਣੰ ਗੋਪਾਲ ਕੀਰਤਨ ਹੈ, ਗੋਪਾਲ ਜੋ ਪ੍ਰਿਥਵੀ ਦਾ ਪਾਲਕ ਵਾਹਿਗੁਰੂ, ਉਹਦੇ ਜਸ ਕੀਰਤਨ ਨੂੰ ਉਚਾਰਨ ਕਰਨਾ ਚਾਹੀਦਾ ਹੈ। ਸਾਧ ਸੰਗੇਨ ਤਰਣੰ ਨਾਨਕ ਮਹਾ ਸਾਗਰ ਪੈ ਦੁੱਤਰ ਹੈ। ਤੇ ਸਾਧ ਸੰਗਤ ਵਿੱਚ ਆਉਣਾ ਚਾਹੀਦਾ। ਕਿਉਂ? ਸਾਧ ਸੰਗੇਨ ਤਰਣੰ, ਸਾਧ ਸੰਗਤ ਇੱਕ ਜਹਾਜ਼ ਹੈ। ਜਦੋਂ ਅਸੀਂ ਸਾਧ ਸੰਗਤ ਵਿੱਚ ਆ ਜਾਂਦੇ ਹਾਂ, ਸਮਝ ਲਓ ਜਹਾਜ਼ 'ਤੇ ਚੜ੍ਹ ਗਏ। ਫਿਰ ਕੀ ਹੁੰਦਾ ਹੈ? ਨਾਨਕ ਮਹਾਸਾਗਰ ਪੈਦ ਉਤਰੈ। ਇਹ ਜਿਹੜਾ ਬੜਾ ਭਿਆਨਕ ਸਮੁੰਦਰ ਹੈ, ਸੰਸਾਰ ਸਮੁੰਦਰ ਹੈ, ਦੁਸ਼ਤਰ ਹੈ, ਜਿਸ ਨੂੰ ਤਰਨਾ ਬਹੁਤ ਔਖਾ ਹੈ। ਦੁੱਤਰ ਹੈ, ਜਿਸ ਨੂੰ ਤਰਨਾ ਬਹੁਤ ਔਖਾ ਹੈ, ਅਤੇ ਬੜਾ ਭਿਆਨਕ ਬਹੁਤ ਵੱਡਾ ਸਾਗਰ ਹੈ, ਸਮੁੰਦਰ ਹੈ ਇਹ ਸੰਸਾਰ। ਜਦੋਂ ਅਸੀਂ ਸਾਧ ਸੰਗਤ ਦੀ ਸ਼ਰਨ ਵਿੱਚ ਆ ਜਾਂਦੇ ਹਾਂ, ਫਿਰ ਇਸ ਤੋਂ
ਪਾਰ ਉਤਾਰਾ ਹੋ ਜਾਂਦਾ, ਇਹਨੂੰ ਤਰਨਾ ਆਸਾਨ ਹੋ ਜਾਂਦਾ ਹੈ। ਸਿਰ ਮਸਤਕ ਰਖਿਆ ਪਾਰ ਬ੍ਰਹਮੰ, ਹਸਤ ਕਾਇਆ ਰਖਿਆ ਪਰਮੇਸ਼ਰ ਲੋ ਹੈ। ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਪਾਰ ਬ੍ਰਹਮ ਨਾਮ ਹੈ, ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਹੈ ਨਾ, ਇਹਦਾ ਅਰਥ ਹੈ ਬ੍ਰਹਮ ਵਿਆਪਕ ਸਰੂਪ। ਜਿਹੜਾ ਪਾਰ ਬ੍ਰਹਮ ਨਾਮ ਹੈ, ਸਿਰ ਮਸਤਕ ਰੱਖਿਆ, ਇਹ ਸਾਡੇ ਸਿਰ ਤੇ ਮੱਥੇ ਦੀ ਰੱਖਿਆ ਕਰਦਾ, ਸਾਡੇ ਦਿਲ ਦਿਮਾਗ ਨੂੰ ਠੰਡਾ ਰੱਖਦਾ ਜਦੋਂ ਅਸੀਂ ਪਾਰ ਬ੍ਰਹਮ ਦਾ ਨਾਮ ਲੈਂਦੇ ਹਾਂ। ਹਸਤ ਕਾਇਆ ਰੱਖਿਆ ਪਰਮੇਸ਼ਰ ਹੈ, ਜਦੋਂ ਪਰਮੇਸ਼ਰ ਇਹ ਵੀ ਵਾਹਿਗੁਰੂ ਦਾ ਨਾਮ ਹੈ, ਜਦੋਂ ਪਰਮੇਸ਼ਵਰ ਦਾ ਨਾਮ ਲੈਂਦੇ ਹਾਂ, ਉਹ ਸਾਡੇ ਹੱਥਾਂ ਦੀ ਤੇ ਕਾਇਆ ਦੇਹ ਦੀ ਰੱਖਿਆ ਕਰਦਾ ਹੈ। ਆਤਮ ਰਖਿਆ ਗੋਪਾਲ ਸੁਆਮੀ, ਧਨ ਚਾਰਨ ਰਖਿਆ ਜਗਦੀਸ਼ਵਰ ਹੈ। ਗੋਪਾਲ ਤੇ ਸੁਆਮੀ ਜਿਹੜਾ ਪਰਮੇਸ਼ਰ ਦਾ ਨਾਮ ਹੈ, ਆਤਮ ਰੱਖਿਆ, ਇਹ ਸਾਡੀ ਰੂਹ ਦੀ, ਸਾਡੀ ਜਿੰਦ ਦੀ ਰੱਖਿਆ ਕਰਦਾ ਹੈ। ਤੇ ਨਾਲ ਹੀ ਧਨ ਚਰਨ ਰੱਖਿਆ ਜਗਦੀਸ਼ਰ ਹੈ। ਤੇ ਜਿਹੜਾ ਜਗਦੀਸ਼ਵਰ ਪਰਮੇਸ਼ਰ ਦਾ ਨਾਮ ਹੈ, ਇਹ ਸਾਡੇ ਧਨ ਦੀ ਤੇ ਸਾਡੇ ਚਰਨ ਪੈਰਾਂ ਦੀ ਰੱਖਿਆ ਕਰਦਾ ਹੈ। ਜਦੋਂ ਆਪਾਂ ਕਈ ਵਾਰੀ ਹਨੇਰੇ ਤੁਰੇ ਜਾਂਦੇ ਹਾਂ, ਠੇਡਾ ਵੱਜ ਜਾਂਦਾ ਹੈ, ਸੱਟ ਲੱਗਦੀ ਹੈ, ਪਰ ਜਦੋਂ ਅਸੀਂ ਜਗਦੀਸ਼ਰ ਦਾ ਨਾਮ ਲੈਂਦੇ ਹਾਂ, ਉਹ ਸਾਡੇ ਧਨ ਦੀ ਵੀ ਰੱਖਿਆ ਕਰਦਾ, ਸਾਡੇ ਪੈਰਾਂ ਦੀ ਵੀ ਰੱਖਿਆ ਕਰਦਾ ਹੈ। ਸਰਬ ਰਖਿਆ ਗੁਰ ਦਇਆਲ ਹੈ, ਭੈ ਦੂਖ ਵਿਨਾਸ਼ਨ ਹੈ। ਜਦੋਂ ਆਪਾਂ ਦਿਆਲੂ ਸਤਿਗੁਰੂ ਦਾ ਨਾਮ ਲੈਂਦੇ ਹਾਂ, ਸਰਬ ਰੱਖਿਆ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰਬ ਪ੍ਰਕਾਰ ਸਾਡੀ ਰੱਖਿਆ ਕਰਦੇ ਨੇ। ਹਰ ਤਰ੍ਹਾਂ ਦੇ ਦੁੱਖ ਦੁਸ਼ਮਣ ਦੇ ਭੈ ਨੂੰ ਤੇ ਦੁੱਖ ਨੂੰ ਨਾਸ਼ ਕਰ ਦਿੰਦੇ ਹਨ। ਭਗਤ ਵਸ਼ਲ ਅਨਾਥ ਨਾਥੇ, ਸਰਨ ਨਾਨਕ ਪੁਰਖ ਅਚੁੱਤ ਹੈ। ਉਹ ਵਾਹਿਗੁਰੂ ਜੀ ਭਗਤ ਵਸ਼ਲ, ਭਗਤੀ ਨਾਲ ਪਿਆਰ ਕਰਨ ਵਾਲੇ ਨੇ। ਅਨਾਥ ਨਾਥੇ, ਜਿਹੜੇ ਬੇਸਹਾਰਾ ਨੇ, ਉਹਨਾਂ ਦੇ ਨਾਥ ਸੁਆਮੀ ਨੇ। ਸਰਨ ਨਾਨਕ ਪੁਰਖ ਅਚੁੱਤ ਹੈ, ਜੋ ਅਚੁੱਤ ਪੁਰਖ ਅਗੈੜ ਸਰੂਪ ਵਾਹਿਗੁਰੂ ਪਰਮੇਸ਼ਰ ਜੀ ਹਨ। ਭਾਈ ਅਸੀਂ ਉਹਨਾਂ ਦੀ ਸ਼ਰਨ ਵਿੱਚ ਪਏ ਹੋਏ ਹਾਂ, ਤੇ ਸਾਨੂੰ ਸਾਰਿਆਂ ਨੂੰ ਉਹਦੀ ਸ਼ਰਨ ਵਿੱਚ ਪੈਣਾ ਚਾਹੀਦਾ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਤੇ ਆਇਆ। ਵਾਹਿਗੁਰੂ ਦੀ ਸ਼ਰਨ ਲੈ ਕੇ ਅਸੀਂ ਕਾਲ ਤੋਂ ਵੀ ਬਚ ਸਕਦੇ ਹਾਂ। ਹਰ ਚਾਰਨ ਸ਼ਰਨ ਗੜ ਕੋਟ ਹਮਾਰਾ, ਕਾਲ ਕੰਟਕ ਜਮ ਤਿਸ ਨਾ ਬਦਾਰੈ। ਜਮਦੂਤ ਕਾਲ ਵੀ ਉਸ ਵਾਹਿਗੁਰੂ ਦੀ ਸ਼ਰਨ ਰੂਪ ਕਿਲੇ ਨੂੰ ਢਾਹ ਨਹੀਂ ਸਕਦੇ। ਇਸੇ ਲਈ ਅਸੀਂ ਉਸ ਅਗੈੜ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪਏ ਹੋਏ ਹਾਂ, ਤੇ ਸਾਨੂੰ ਪਏ ਰਹਿਣਾ ਚਾਹੀਦਾ ਹੈ। ਉਹ ਵਾਹਿਗੁਰੂ ਹਰ ਪ੍ਰਕਾਰ ਸਾਡੀ ਰੱਖਿਆ ਕਰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਆਪਾਂ ਗੁਰਬਾਣੀ ਦੀ ਵਿਚਾਰ ਸੁਣੀ, ਇਹਨੂੰ ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਹੀ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਰਬ ਰਖਿਆ ਗੁਰ ਦਇਆਲ ਹੈ, ਭੈ ਦੂਖ ਵਿਨਾਸ਼ਨ ਹੈ। ਭਗਤ ਵਸ਼ਲ ਅਨਾਥ ਨਾਥੇ, ਸਰਨ ਨਾਨਕ ਪੁਰਖ ਅਚੁੱਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।